ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਕਲਾਸ 11th ਫਿਜ਼ਿਕਸ ਦੀ 3rd ਯੂਨਿਟ ਦੇ ਨੈਕਸਟ MCQs ਡਿਸਕਸ ਕਰਨ ਜਾ ਰਹੇ ਹਾਂ। ਸੋ ਬੱਚੇ ਕੱਲ੍ਹ ਦੀ ਵੀਡੀਓ ਦੇ ਵਿੱਚ ਅਸੀਂ 27 ਜਿਹੜੇ ਐਪਲੀਕੇਸ਼ਨ ਬੇਸਡ ਕੁਐਸਚਨ ਹੈ ਉਹ ਡਿਸਕਸ ਕੀਤੇ ਸੀ। ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਨੈਕਸਟ MCQs ਜਿਹੜੇ ਆ ਐਪਲੀਕੇਸ਼ਨ ਬੇਸਡ ਆ ਉਹ ਡਿਸਕਸ ਕਰਾਂਗੇ। ਫਸਟ ਕੁਐਸਚਨ ਹੈ a force x for 10 सेकेंड on a body of mass 10 kg। ਹੁਣ ਤੁਹਾਡੇ ਕੋਲ ਬੱਚੇ ਫੋਰਸ ਗਿਵਨ ਆ, ਠੀਕ ਹੈ, ਉਹਨਾਂ ਨੇ ਫੋਰਸ ਤੁਹਾਨੂੰ ਗਿਵਨ ਟਾਈਮ ਗਿਵਨ ਆ 10 ਸੈਕਿੰਡ ਆ ਐਂਡ ਮਾਸ ਗਿਵਨ ਆ 10 kg ਆ। ਆਫਟਰ ਵਿਚ ਆਫ ਦ ਫੋਰਸ ਕੇਸ ਐਂਡ ਦ ਬੋਡੀ ਕਵਰਸ 50 ਮਿੰਟ ਨੈਕਸਟ 5 ਸੈਕਿੰਡਸ। 50 ਮਿੰਟ ਦੇ ਵਿੱਚ ਜਿਹੜਾ ਅਗਲੇ ਕਹਿੰਦੇ 50 ਇਟਸ ਨॉट ਮਿੰਟ, ਇਟਸ ਮੀਟਰ। 50 ਮੀਟਰ ਬੱਚੇ ਇੱਥੇ ਗਲਤੀ ਆ, 50 ਮੀਟਰ ਇਨ ਨੈਕਸਟ 5 ਸੈਕਿੰਡਸ। ਅਗਲੇ 5 ਸੈਕਿੰਡ ਦੇ ਵਿੱਚ ਉਹਨੇ 5 ਮੀਟਰ ਜਿਹੜਾ ਕਵਰ ਕੀਤਾ, ਉਹਦੀ ਜਿਹੜੀ ਅਸੀਂ ਮੈਗਨੀਟਿਊਡ ਆਫ ਫੋਰਸ ਫਾਈਂਡ ਆਊਟ ਕਰਨਾ। ਸੋ ਬੱਚੇ ਫੋਰਸ ਕਿੱਥੋਂ ਪਤਾ ਕਰ ਸਕਦੇ ਹਾਂ? ਫੋਰਸ ਦਾ ਫਾਰਮੂਲਾ ਹੁੰਦਾ ਮਾਸ ਇਨਟੂ ਐਕਸਲਰੇਸ਼ਨ। ਹੁਣ ਸਾਡੇ ਕੋਲ ਮਾਸ ਤਾਂ ਹੈ ਬਟ ਸਾਨੂੰ ਐਕਸਲਰੇਸ਼ਨ ਨਹੀਂ ਪਤਾ। ਐਕਸਲਰੇਸ਼ਨ ਅਸੀਂ ਸਭ ਤੋਂ ਪਹਿਲਾਂ ਕਿੱਥੋਂ ਫਾਈਂਡ ਆਊਟ ਕਰ ਸਕਦੇ ਹਾਂ? V = U + AT ਤੋਂ। ਹੁਣ ਧਿਆਨ ਨਾਲ ਦੇਖੋ ਰਾਜੇ, ਇਨੀਸ਼ੀਅਲ ਵੈਲੋਸਿਟੀ ਅਸੀਂ ਮੰਨ ਲੈਂਦੇ ਹਾਂ ਕਿ ਜਦੋਂ ਕੋਈ ਬੋਡੀ ਚੱਲੀ ਤਾਂ ਸਟਾਰਟਿੰਗ ਪੁਆਇੰਟ ਤੋਂ ਚੱਲੀ ਹੋਏਗੀ ਤਾਂ U ਜਿਹੜਾ ਤੁਹਾਡਾ 0 ਹੋਏਗਾ। ਹੁਣ ਪ੍ਰੋਬਲਮ ਇਹ ਆ ਕਿ ਸਾਨੂੰ ਫਾਈਨਲ ਵੈਲੋਸਿਟੀ ਦਾ ਵੀ ਨਹੀਂ ਪਤਾ। ਫਾਈਨਲ ਵੈਲੋਸਿਟੀ ਬੱਚੇ, ਹੁਣ ਵੈਲੋਸਿਟੀ ਕਿਹਦੇ ਇਕੁਅਲ ਹੁੰਦੀ ਹੈ? ਡਿਸਟੈਂਸ ਓਵਰ ਟਾਈਮ। ਸੋ ਡਿਸਟੈਂਸ ਉਹਨੇ ਕਿੰਨਾ ਕਵਰ ਕੀਤਾ? ਡਿਸਟੈਂਸ ਕਵਰ ਕੀਤਾ ਉਹਨੇ 50 ਮਿੰਟ ਡਿਵਾਈਡਡ ਬਾਈ ਟਾਈਮ ਕਿੰਨਾ ਲੱਗਿਆ? 5 ਸੈਕਿੰਡਸ। ਸੋ ਉੱਥੋਂ ਸਾਨੂੰ ਪਤਾ ਲੱਗ ਗਿਆ ਕਿ ਵੈਲੋਸਿਟੀ ਆ ਗਈ 10 ਮੀਟਰ ਪਰ ਸੈਕਿੰਡ। ਸੋ ਅਦਰਵਾਈਜ਼ ਇਹਨਾਂ ਨੇ ਸੋਲਵ ਵੀ ਕੀਤਾ ਹੋਇਆ। ਸੋ ਤੁਹਾਡੀ ਵੈਲੋਸਿਟੀ ਆ ਗਈ 10 ਮੀਟਰ ਪਰ ਸੈਕਿੰਡ। ਇੱਥੋਂ ਬੱਚੇ ਐਕਸਲਰੇਸ਼ਨ ਨਿਕਲ ਜੇਗੀ। ਜਿੱਦਾਂ ਹੀ ਐਕਸਲਰੇਸ਼ਨ ਆ ਗਈ ਤਾਂ ਤੁਸੀਂ ਫੋਰਸ ਦੇ ਵਿੱਚ ਫਾਈਂਡ ਆਊਟ ਕਰਕੇ ਫੋਰਸ ਫਾਈਂਡ ਕਰ ਸਕਦੇ ਹਾਂ। ਨੈਕਸਟ ਆ ਜਾਓ, ਇਹਦੇ ਨਾਲ ਦਾ ਸੇਮ ਕੁਐਸਚਨ ਆ ਬੱਚੇ। A ship of mass 3 × 10⁷ kg is initially at rest। ਇੱਥੇ ਹੁਣ ਪਰਟੀਕੂਲਰ ਗਿਵਨ ਆ ਕਿ ਇਨੀਸ਼ੀਅਲੀ ਐਟ ਰੈਸਟ ਮਤਲਬ U 0 ਹੋਏਗਾ। ਕੈਨ ਪੁਲਡ ਥਰੂ ਅ ਡਿਸਟੈਂਸ ਆਫ 3 ਮੀਟਰ। 3 ਮੀਟਰ ਡਿਸਟੈਂਸ ਮਤਲਬ S ਤੁਹਾਨੂੰ ਗਿਵਨ ਆ ਬਾਈ ਮੀਨਸ ਆਫ ਅ ਫੋਰਸ। ਹੁਣ ਤੁਹਾਨੂੰ ਫੋਰਸ ਵੀ ਗਿਵਨ ਆ 5 × 10⁴ ਨਿਊਟਨ। ਇਫ ਵਾਟਰ ਰੈਜ਼ਿਸਟੈਂਸ ਇਜ਼ ਨਿਗਲੈਕਟਡ ਦਾ ਮਤਲਬ ਹੁੰਦਾ ਆ ਉਹਨੂੰ ਅਣਦੇਖਾ ਕਰ ਦੇਣਾ ਜਾਂ ਛੱਡ ਦੇਣਾ। ਫਾਈਂਡ ਸਪੀਡ ਅਟੇਨਡ ਬਾਈ ਸ਼ਿਪ। ਸਪੀਡ ਮਤਲਬ ਫਾਈਨਲ ਵੈਲੋਸਿਟੀ V ਪਤਾ ਕਰਨੀ ਆ ਤੁਸੀਂ। ਸੋ ਸੇਮ ਬੱਚੇ ਉਹੀ ਪਹਿਲਾਂ ਐਕਸਲਰੇਸ਼ਨ ਵਗੈਰਾ ਫਾਈਂਡ ਆਊਟ ਕਰ ਲੈਣੀ। ਲਾਸਟ ਵਿੱਚ ਤੁਸੀਂ ਫਾਰਮੂਲਾ ਦੇਖਣਾ ਬੱਚੇ ਇਕੁਏਸ਼ਨ ਆਫ ਮੋਸ਼ਨ ਦਾ ਵੀ ਕਿਹੜਾ ਸਭ ਤੋਂ ਜ਼ਿਆਦਾ ਬੈਟਰ ਲੱਗ ਸਕਦਾ ਆ। ਸੋ V² - U² = 2AS, ਕਿਉਂਕਿ ਇੱਥੋਂ ਹੀ ਡਿਸਟੈਂਸ ਸਾਨੂੰ ਗਿਵਨ ਆ ਤਾਂ ਇਸ ਵਾਲਾ ਫਾਰਮੂਲਾ ਸਾਨੂੰ ਚਾਹੀਦਾ ਸੀ। ਜੇ ਅਸੀਂ ਦੂਸਰਾ ਫਾਰਮੂਲਾ ਲਗਾਉਂਦੇ S = UT ਵਾਲਾ, ਬੱਚੇ ਸਾਨੂੰ ਟਾਈਮ ਨਹੀਂ ਇੱਥੇ ਪਤਾ, ਇਸ ਕਰਕੇ ਉਹ ਵਾਲਾ ਅਸੀਂ ਨਹੀਂ ਲਗਾਉਂਦੇ ਫਾਰਮੂਲਾ। ਆਹ ਵਾਲਾ ਫਾਰਮੂਲਾ ਲਗਾ ਕੇ ਜਿਹੜਾ ਤੁਸੀਂ ਆਪਣਾ ਆਨਸਰ ਸੋਲਵ ਕਰ ਸਕਦੇ ਹਾਂ। ਸੋ ਬੱਚੇ ਇਹ 28th ਵਰਗਾ ਹੀ ਆ, ਸੋ ਖੁਦ ਟਰਾਈ ਕਰਕੇ ਦੇਖ ਲੈਣਾ। ਕੁਐਸਚਨ ਨੰਬਰ 30 ਤੇ ਆ ਜਾਓ। ਅ ਬੈਲੂਨ ਹੈਜ਼ ਮਾਸ ਆਫ 5 ਗ੍ਰਾਮ ਇਨ ਏਅਰ। ਇੱਕ ਬੈਲੂਨ ਆ ਜਿਹਦਾ ਭਾਰ 5 ਗ੍ਰਾਮ ਆ। ਹੁਣ the air escape from the balloon at the uniform rate with a velocity of 5 centimeter per second। ਹੁਣ ਬੱਚੇ ਤੁਹਾਨੂੰ velocity ਵੀ given ਆ, V given ਆ। if the balloon shrink completely in a 2.5 second। ਅਗਰ T given ਆ 2.5 ਦੇ ਸੈਕਿੰਡ ਦੇ ਵਿੱਚ ਜਿਹੜਾ ਤੁਹਾਡਾ ਬੈਲੂਨ ਆ ਸ਼ਰਿੰਕ ਕਰ ਗਿਆ, ਸੁੰਗੜ ਗਿਆ, what will be the average force acting on the balloon। ਇਹਦਾ ਮਤਲਬ ਅਗਰ ਤੁਹਾਡਾ ਬੈਲੂਨ ਸੁੰਗੜ ਗਿਆ ਇਹਦਾ ਮਤਲਬ ਬਾਹਰੋਂ ਕੋਈ ਨਾ ਕੋਈ ਫੋਰਸ ਉਹਦੇ ਉੱਤੇ ਲੱਗ ਰਹੀ ਆ। ਹੁਣ ਫੋਰਸ ਕਿੰਨੀ ਲੱਗ ਰਹੀ ਆ ਬੱਚੇ? ਹੁਣ ਬੈਲੂਨ ਤੁਹਾਡਾ ਜਿਹੜਾ ਆ ਏਅਰ ਦੇ ਵਿੱਚ ਮੂਵ ਕਰ ਰਿਹਾ, ਇਹਦਾ ਮਤਲਬ ਮੋਸ਼ਨ ਵੀ ਆ ਅਤੇ ਵੈਲੋਸਿਟੀ ਵੀ ਆ। ਸੋ ਫੋਰਸ ਕਿਹਦੀ ਇਕੁਅਲ ਹੁੰਦੀ ਆ? ਅਕੋਰਡਿੰਗ ਟੂ ਨਿਊਟਨ ਸੈਕਿੰਡ ਲਾਅ dP/dt। ਹੁਣ ਦੇਖੋ ਬੱਚੇ, ਅਸੀਂ ਇੱਥੇ ਮਾਸ ਐਕਸਲਰੇਸ਼ਨ ਲਗਾਉਂਦੇ, ਸਾਨੂੰ ਐਕਸਲਰੇਸ਼ਨ ਨਹੀਂ ਪਤਾ। ਐਕਸਲਰੇਸ਼ਨ ਪਤਾ ਕਰਨ ਦੇ ਲਈ ਕੋਈ ਹੋਰ ਟਰਮਸ ਵੀ ਸਾਡੇ ਕੋਲ ਨਹੀਂ ਹੈਗੀਆਂ। ਸੋ ਅਸੀਂ ਸੈਕਿੰਡ ਫਾਰਮੂਲਾ ਲਗਾਵਾਂਗੇ F = dP/dt। ਸੋ ਇਹ ਵੀ ਫਾਰਮੂਲਾ ਬੱਚੇ ਆਪਣੀ ਕਾਪੀ ਦੇ ਫਰੰਟ ਪੇਜ ਦੇ ਉੱਪਰ ਲਿਖ ਲੈਣਾ। ਹੁਣ D/dt ਜਿਹੜਾ ਆ ਉਹਨੂੰ SH ਪਿਆ ਰਹਿਣ ਦਿਓ। P ਮੋਮੈਂਟਮ ਦੀ ਜਗ੍ਹਾ 'ਤੇ ਅਸੀਂ ਲਿਖ ਸਕਦੇ ਹਾਂ ਮਾਸ ਇਨਟੂ ਵੈਲੋਸਿਟੀ। ਬੱਚੇ ਹੁਣ ਦੇਖੋ ਆਹ ਟਰਮ ਆ ਗਈ D/dt mv। ਹੁਣ ਸਾਨੂੰ ਮਾਸ ਔਰ ਟਾਈਮ ਬਾਰੇ ਪਤਾ ਆ, ਮਾਸ ਔਰ ਟਾਈਮ ਬਾਰੇ ਪਤਾ। ਸੋ ਅਸੀਂ ਕੀ ਕਰਾਂਗੇ, ਵੈਲੋਸਿਟੀ ਨੂੰ ਬਾਹਰ ਨਿਕਾਲ ਦਿੱਤਾ, dm/dt ਲਿਖਤਾ। ਹੁਣ dm ਦੀ ਵੈਲਿਊ ਕਿੰਨੀ ਆ? 5 ਔਰ dt ਦੀ ਵੈਲਿਊ 2.5।
ਸੋ ਇਹਨੂੰ ਸੋਲਵ ਕੀਤਾ ਤਾਂ 2 ਗ੍ਰਾਮ ਪਰ ਸੈਕਿੰਡ ਆ ਜਾਏਗਾ। ਸੋ ਬੱਚੇ ਫੋਰਸ ਦਾ ਫਾਰਮੂਲਾ ਕੀ ਹੁੰਦਾ, ਮਾਸ ਇਨਟੂ ਐਕਸਲਰੇਸ਼ਨ। ਫੋਰਸ ਇਜ਼ ਇਕੁਅਲਸ ਟੂ ਮਾਸ ਇਨਟੂ ਐਕਸਲਰੇਸ਼ਨ। ਸੋ ਐਕਸਲਰੇਸ਼ਨ ਦੀ ਜਗ੍ਹਾ ਤੇ ਅਸੀਂ dm/dt ਵਾਲੀ ਵੈਲਿਊ ਜਿਹੜੀ ਯੂਜ਼ ਕਰਾਂਗੇ। ਸੋ ਇਹਨੂੰ ਪੁੱਟ ਕੀਤਾ ਤੇ ਸੋਲਵ ਕੀਤਾ। ਅਦਰਵਾਈਜ਼ ਬੱਚੇ ਇਹ ਵਾਲਾ ਕੁਐਸਚਨ ਅਗਰ ਤੁਸੀਂ ਛੱਡ ਕੇ ਜਾਓਗੇ ਤਾਂ ਚੱਲੇਗਾ, ਕਿਉਂਕਿ ਇਹ ਇੰਪੋਰਟੈਂਟ ਨਹੀਂ ਆ। ਨੈਕਸਟ ਆ ਜਾਓ, ਅ ਬਲੌਕ ਆਫ ਮਾਸ weight 2 kg ਇਜ਼ ਰੈਸਟਿੰਗ ਔਨ ਅ ਫ੍ਰਿਕਸ਼ਨਲੈਸ ਪਲੇਨ। ਅਗਰ ਇੱਕ ਬਲੌਕ ਨੂੰ ਇੱਕ ਫ੍ਰਿਕਸ਼ਨਲੈਸ ਪਲੇਨ ਦੇ ਉੱਪਰ ਰੱਖ ਦਿੱਤਾ ਜਾਵੇ, ਇਟ ਇਜ਼ ਡਕ ਬਾਈ ਅ ਜੈਟ ਰਿਲੀਜ਼ਿੰਗ ਵਾਟਰ ਐਟ ਦਾ ਰੇਟ ਆਫ 1 kg। ਸਿਮਿਲਰਲੀ ਬੱਚੇ ਸੇਮ ਕੁਐਸਚਨ ਆ, ਇਹਦੇ ਵਰਗਾ ਹੀ ਆ। ਸਪੀਡ ਗਿਵਨ ਆ, ਇਨੀਸ਼ੀਅਲ ਐਕਸਲਰੇਸ਼ਨ ਜਿਹੜੀ ਤੁਸੀਂ ਫਾਈਂਡ ਆਊਟ ਕਰਨੀ ਆ। ਸੋ ਕੀ ਕਰਾਂਗੇ, ਤੁਹਾਨੂੰ ਮਾਸ ਗਿਵਨ ਆ, ਠੀਕ ਹੈ, 1 kg ਜਿਹੜਾ ਆ, dm ਰੇਟ ਆਫ ਚੇਂਜ ਆਫ ਪਤਾ ਆ, dm/dt ਤੁਹਾਨੂੰ ਗਿਵਨ ਆ 1 kg per second, speed given ਆ, velocity given ਆ, what will be the initial acceleration। acceleration ਪਤਾ ਕਰਨੀ ਬੱਚੇ, so that is dp/dt। again p ਦੀ ਵੈਲਿਊ ਪੁੱਟ ਕੀਤੀ, that is mv। ਹੁਣ ਇਹਦੇ ਵਿੱਚੋਂ v ਬਾਹਰ ਨਿਕਾਲ ਦੋ, ਆ ਗਿਆ dm/dt, ਠੀਕ ਹੈ ਜੀ। ਸੋ ਆ ਤੁਹਾਡੀ ਆ ਟਰਮ ਆ ਗਈ। ਹੁਣ ਬੱਚੇ ਤੁਹਾਡੀ ਵੈਲੋਸਿਟੀ ਕਿੰਨੀ ਆ, 5, ਔਰ dm/dt ਕਿੰਨਾ ਆ, 1। ਸੋ 5 1s ਆ 5, ਫੋਰਸ ਆ ਗਏ ਸਾਡੇ ਕੋਲ 5। ਸੋ ਐਕਸਲਰੇਸ਼ਨ ਕਿੱਥੋਂ ਨਿਕਾਲ ਸਕਦੇ ਆ, ਫੋਰਸ ਇਜ਼ ਇਕੁਅਲਸ ਟੂ ਮਾਸ ਇਨਟੂ ਐਕਸਲਰੇਸ਼ਨ। ਸੋ ਐਕਸਲਰੇਸ਼ਨ ਕਿਹਦੇ ਇਕੁਅਲ ਆ ਜਾਏਗੀ, ਫੋਰਸ ਡਿਵਾਈਡਡ ਬਾਈ ਮਾਸ। ਹੁਣ ਬੱਚੇ ਫੋਰਸ ਅਸੀਂ ਕਿੰਨੀ ਨਿਕਾਲੀ ਆ, ਫੋਰਸ ਸਾਡਾ ਆਨਸਰ ਆਇਆ 5 ਔਰ ਮਾਸ ਕਿੰਨਾ ਆ 2, ਤਾਂ 2.5 ਇਜ਼ ਦਾ ਫਾਈਨਲ ਆਨਸਰ। ਬੱਚੇ ਕੁਐਸਚਨ ਨੰਬਰ 32 ਦੇਖੋ, ਅ ਦੀਵਾਲੀ ਰॉकेट ਇਜ਼ ਇਜੈਕਟਡ 0.05 kg। ਹੁਣ ਬੱਚੇ ਤੁਹਾਨੂੰ 0.5 kg ਆਫ ਗੈਸ ਪਰ ਸੈਕਿੰਡ ਐਟ ਦ ਸਪੀਡ ਆਫ 400 ਮੀਟਰ ਪਰ ਸੈਕਿੰਡ ਗਿਵਨ ਆ, ਮਤਲਬ ਸਪੀਡ ਗਿਵਨ ਹੈ। ਫਸਟ ਕੀ ਆ, ਦੀਵਾਲੀ ਰॉकेट ਇਜ਼ ਇਜੈਕਟਡ 0.5 kg ਆਫ ਗੈਸ ਪਰ ਸੈਕਿੰਡ। ਇਹਦਾ ਮਤਲਬ ਦਿਸ ਇਜ਼ ਮਾਸ ਓਵਰ ਟਾਈਮ। ਮਾਸ ਓਵਰ ਟਾਈਮ ਤੁਹਾਨੂੰ 0.05 kg ਜਿਹੜਾ ਆ ਗਿਵਨ ਹੈ। ਵਟ ਇਜ਼ ਦਾ ਐਕਸਲਰੇਸ਼ਨ, ਅਗੇਨ ਬੱਚੇ ਅਸੀਂ ਐਕਸਲਰੇਸ਼ਨ ਪਤਾ ਕਰਨੀ ਆ। ਸੋ ਫੋਰਸ ਦਾ ਫਾਰਮੂਲਾ ਕੀ ਹੁੰਦਾ, ਮਾਸ ਇਨਟੂ ਐਕਸਲਰੇਸ਼ਨ। ਹੁਣ ਦੇਖੋ ਐਕਸਲਰੇਸ਼ਨ ਤੁਸੀਂ ਇੱਕ ਪਾਸੇ ਰੱਖ ਲਓ ਤਾਂ ਆ ਜਾਏਗਾ ਤੁਹਾਡਾ ਫੋਰਸ ਡਿਵਾਈਡਡ ਬਾਈ ਮਾਸ। ਹੁਣ ਬੱਚੇ ਤੁਹਾਨੂੰ ਵੈਲੋਸਿਟੀ ਪਤਾ ਆ, ਠੀਕ ਹੈ, ਤੇ ਮਾਸ ਓਵਰ ਟਾਈਮ ਪਤਾ। ਇਹਦੇ ਅਕੋਰਡਿੰਗਲੀ ਬੱਚੇ ਇੱਥੇ ਕਿਤੇ ਵੀ ਟੀ ਨਹੀਂ ਆ ਰਿਹਾ, ਸਾਨੂੰ ਇਹ ਥੋੜ੍ਹਾ ਜਿਹਾ ਜਿਹੜਾ ਕਹਿ ਲਓ ਫਾਰਮੂਲਾ ਆ ਮੋਡੀਫਾਈ ਕਰਨਾ ਪਏਗਾ। ਅਸੀਂ ਕੀ ਕੀਤਾ, ਇਸ ਐਕਸਲਰੇਸ਼ਨ ਦੀ ਜਗ੍ਹਾ 'ਤੇ ਲਿਖ ਦਿੱਤਾ v ਇਜ਼ ਇਕੁਅਲਸ ਟੂ u ਪਲੱਸ at। ਇੱਥੋਂ ਐਕਸਲਰੇਸ਼ਨ ਨਿਕਾਲ ਲਓ, ਪਹਿਲਾਂ u ਉੱਧਰ ਜਾਏਗਾ ਤਾਂ v ਮਾਈਨਸ u ਇਜ਼ ਇਕੁਅਲਸ ਟੂ at। ਦੈਨ a ਦਾ ਵੈਲਿਊ ਕੀ ਆ ਜਾਏਗੀ, v ਮਾਈਨਸ u ਡਿਵਾਈਡਡ ਬਾਈ t। ਇਹਦਾ ਮਤਲਬ ਐਕਸਲਰੇਸ਼ਨ ਦੀ ਜਗ੍ਹਾ 'ਤੇ ਅਸੀਂ ਲਿਖ ਸਕਦੇ ਹਾਂ v ਮਾਈਨਸ u ਡਿਵਾਈਡਡ ਬਾਈ t, ਠੀਕ ਹੈ ਜੀ। ਸੋ ਇਨੀਸ਼ੀਅਲ ਵੈਲੋਸਿਟੀ ਇਜ਼ 0, ਇਸ ਕਰਕੇ u ਦੀ ਵੈਲਿਊ ਅਸੀਂ ਕੀ ਪੁੱਟ ਕਰ ਦਿੱਤੀ, 0। ਸਾਡੇ ਕੋਲ ਕਿੰਨਾ ਆ ਗਿਆ, mv ਡਿਵਾਈਡਡ ਬਾਈ t। ਨਾਓ ਵਟ ਇਜ਼ m/t, m/t ਕਿੰਨਾ 0.05 ਤੇ ਵੈਲੋਸਿਟੀ ਕਿੰਨੀ ਆ 400। ਦੋਨਾਂ ਨੂੰ ਆਪਸ 'ਚ ਮਲਟੀਪਲਾਈ ਕੀਤਾ ਤਾਂ f ਦਾ ਆਨਸਰ ਸਾਡੇ ਕੋਲ ਕਿੰਨਾ ਆ ਗਿਆ, 20 ਨਿਊਟਨ। ਨੈਕਸਟ ਕੁਐਸਚਨ ਦੇਖੋ, a 600 weight rocket is set for the vertical firing if the, ਬੱਚੇ ਸੇਮ ਕੁਐਸਚਨ ਆ, ਸੇਮ ਤੁਹਾਨੂੰ ਸਪੀਡ ਗਿਵਨ ਆ, ਗੈਸ ਇਜੈਕਸ਼ਨ ਪਰ ਟਾਈਮ ਜਿਹੜਾ ਆ ਤੁਹਾਨੂੰ ਸੈਕਿੰਡ ਆ ਉਹ ਗਿਵਨ ਆ, ਸੇਮ ਹੀ ਕੁਐਸਚਨ ਆ। ਸੋ ਇੱਕ ਵਾਰੀ ਖੁਦ ਟਰਾਈ ਕਰਕੇ ਦੇਖਣਾ। ਸੋ ਦੇਖ ਲਓ ਬੱਚੇ ਫੋਰਸ ਜਿਹੜੀ ਆ ਮਾਸ ਇਨਟੂ ਐਕਸਲਰੇਸ਼ਨ, ਇੱਥੋਂ ਫੋਰਸ ਨਿਕਲ ਜਾਏਗੀ, ਯੂ ਤੁਹਾਨੂੰ ਗਿਵਨ ਹੈ। ਦੈਨ ਐਫ ਕਿਹਦੇ ਇਕੁਅਲ ਹੁੰਦਾ ਆ, ਮਾਸ ਇਨਟੂ ਐਕਸਲਰੇਸ਼ਨ। ਦੈਨ ਅਗੇਨ ਐਕਸਲਰੇਸ਼ਨ 'ਚ ਕੀ ਪੁੱਟ ਕੀਤਾ, ਐਮ ਵੀ ਮਾਈਨਸ ਯੂ ਡਿਵਾਈਡਡ ਬਾਈ ਟੀ। ਤਾਂ ਫਾਈਨਲ ਵੈਲੋਸਿਟੀ ਹੋ ਜਾਏਗੀ 0, ਤਾਂ ਸਾਡਾ ਜਿਹੜਾ ਆ ਯੂ ਟੀ ਨੈਗੇਟਿਵ ਅਸੀਂ ਨਿਗਲੈਕਟ ਕਰ ਦਿੱਤਾ, ਆ ਟਰਮ ਆ ਗਈ। ਦੈਨ ਕੀ ਕੀਤਾ, ਆ ਵਾਲਾ ਯੂ ਉਹਦੇ ਪੈਰ 'ਚ ਲੈ ਗਏ ਤੇ m/t ਤੁਹਾਨੂੰ ਗਿਵਨ ਆ। ਸੋ ਆ ਜਿਹੜਾ ਆ ਤੁਹਾਡਾ ਫਾਈਨਲ ਆਨਸਰ ਆ ਜਾਏਗਾ, ਵਿਚ ਇਜ਼ ਅਮਾਊਂਟ ਆਫ ਗੈਸ ਇਜੈਕਟਡ ਪਰ ਸੈਕਿੰਡ, ਠੀਕ ਹੈ ਜੀ। ਸੋ ਨੈਕਸਟ ਆ ਜਾਓ ਕੁਐਸਚਨ ਨੰਬਰ 34 ਤੇ, ਮਸ਼ੀਨ ਗਨ ਹੈਜ਼ ਅ ਮਾਸ ਆਫ 20 kg। ਬੱਚੇ ਤੁਹਾਨੂੰ ਹੁਣ ਮਾਸ ਗਿਵਨ ਹੈ, ਕੈਪੀਟਲ M ਗਿਵਨ ਹੈ। ਇਫ ਫਾਇਰਸ 20 ਗ੍ਰਾਮ, 20 ਗ੍ਰਾਮ ਮਤਲਬ ਅਗੇਨ ਜਿਹੜਾ 20 ਗ੍ਰਾਮ ਜਿਹੜਾ ਮਾਸ ਆ ਬੁਲਟ ਆ, ਇੱਕ ਬੱਚੇ ਗਨ ਦਾ ਤੁਸੀਂ ਦੇਖਿਆ ਹੋਏਗਾ, ਆ ਗਨ ਆ, ਠੀਕ ਹੈ। ਇਸ ਗਨ ਦਾ ਭਾਰ M ਆ, ਛੋਟੀ ਜਿਹੀ ਵਿੱਚੋਂ ਜਿਹੜੀ ਆ ਬੁਲਟ ਬਾਹਰ ਨਿਕਲੀ ਜਿਹਦਾ 20 ਗ੍ਰਾਮ ਇਹਦਾ ਵੇਟ ਆ, 20 kg ਆ ਔਰ ਇਹ 20 ਗ੍ਰਾਮ ਆ। 20 ਗ੍ਰਾਮ ਨੂੰ ਕਿਲੋਗ੍ਰਾਮ 'ਚ ਕਨਵਰਟ ਕਰਾਂਗੇ ਤਾਂ 20 × 10⁻³ kg ਵਿਚ ਇਜ਼ 2 × 10⁻⁻² kg। ਆ ਹੋ ਗਿਆ ਤੁਹਾਡੀ
ਛੋਟੀ ਜਿਹੀ ਜਿਹੜੀ ਉਹ 'ਚੋਂ ਬੁਲਟ ਨਿਕਲੀ ਆ ਉਹਦਾ weight ਆ। ਐਟ ਦ ਰੇਟ ਆਫ 300, ਰੇਟ ਮਤਲਬ ਬੱਚੇ 300, ਰੇਟ ਆਫ 300 ਬੁਲਟਸ ਪਰ ਸੈਕਿੰਡ, ਮਤਲਬ ਕਿ ਟੋਟਲ ਨੰਬਰ ਆਫ ਬੁਲਟਸ, ਉਹ ਤੋਂ ਕਿੰਨੀਆਂ ਬੁਲਟਸ ਆ, 300 ਗੋਲੀਆਂ ਆ ਐਟ ਦ ਸਪੀਡ ਆਫ 250 ਮੀਟਰ ਪਰ ਸੈਕਿੰਡ, 250 ਦੀ ਸਪੀਡ ਦੇ ਨਾਲ ਇੱਕ ਗੋਲੀ ਬਾਹਰ ਨਿਕਲਦੀ ਆ। ਵਟ ਫੋਰਸ ਮਸਟ ਬੀ ਅਪਲਾਈ ਟੂ ਦਾ ਗਨ, ਕਿੰਨੀ ਫੋਰਸ ਜਿਹੜੀ ਅਪਲਾਈ ਕਰਨੀ ਪਏਗੀ। ਸੋ ਫੋਰਸ ਕਿਹਦੇ ਇਕੁਅਲ ਹੁੰਦੀ ਆ ਬੱਚੇ, ਮਾਸ ਇਨਟੂ ਵੈਲੋਸਿਟੀ। ਨੰਬਰ ਆਫ ਜਿਹੜੀਆਂ ਅਸੀਂ ਬੁਲਟਸ ਵੀ ਕਾਊਂਟ ਕਰਨੀਆਂ ਤਾਂ ਅਸੀਂ ਐਨ ਦੇ ਨਾਲ ਮਲਟੀਪਲਾਈ ਕਰ ਦਿੱਤਾ। ਐਨ ਤੁਹਾਡੇ ਕੋਲ ਇੰਨਾ ਆ 300, ਮਾਸ ਕਿੰਨਾ ਆ ਤੁਹਾਡੇ ਕੋਲ 20 ਇੰਟੂ 10 ਰੇਜ਼ ਟੂ ਦੀ ਪਾਵਰ -2, 2 ਇੰਟੂ 10 ਰੇਜ਼ ਟੂ ਦੀ ਪਾਵਰ -2, ਔਰ ਵੈਲੋਸਿਟੀ ਉਹਦੀ ਕਿੰਨੀ ਆ 250। ਸੋ ਆ ਸਾਰੀ ਇਕੁਏਸ਼ਨ ਨੂੰ ਬੱਚੇ ਸੋਲਵ ਕਰਨਾ ਤਾਂ ਤੁਹਾਡਾ ਆਨਸਰ ਆ ਜਾਏਗਾ। ਠੀਕ ਹੈ। ਸੋ ਬੱਚੇ ਮੈਂ 2 ਇੰਟੂ 10 ਰੇਜ਼ ਟੂ ਦੀ ਪਾਵਰ -2 ਕਰਤਾ ਸੀ ਕਿਉਂਕਿ 0 ਮੈਂ ਸ਼ਿਫਟ ਕਰ ਦਿੱਤੀ, ਇਹਨਾਂ ਨੇ ਨਹੀਂ ਸ਼ਿਫਟ ਕੀਤੀ, ਐਸ ਸੱਚ ਲਿਖਿਆ ਰਹਿਣ ਦਿੱਤਾ, ਕੋਈ ਪ੍ਰੋਬਲਮ ਨਹੀਂ ਆ, ਤੁਸੀਂ ਇੱਦਾਂ ਵੀ ਸੋਲਵ ਕਰ ਸਕਦੇ ਆ। ਨੈਕਸਟ ਆ ਜਾਓ, ਵਟ ਵਿਲ ਬੀ ਦਾ ਕੋਫੀਸ਼ੀਐਂਟ ਆਫ ਸਟੈਟਿਕ ਫ੍ਰਿਕਸ਼ਨ ਇਫ ਦ ਫੋਰਸ ਆਫ 10 ਨਿਊਟਨ। ਬੱਚੇ ਹੁਣ ਤੁਹਾਡੇ ਕੋਲ ਫੋਰਸ ਗਿਵਨ ਆ, F ਗਿਵਨ ਆ 10 ਨਿਊਟਨ ਆ, acts horizontal on the block of mass given ਆ 5 kg। ਬੱਚੇ ਨੂਮੈਰੀਕਲਸ ਕਰਨ ਦਾ ਇੱਕ ਹੀ ਤਰੀਕਾ ਆ, ਇੱਕ ਇੱਕ ਲਾਈਨ ਪੜ੍ਹੀ ਜਾਓ ਅਤੇ ਟਰਮਸ ਲਿਖੀ ਜਾਓ, ਤੁਹਾਨੂੰ ਕੀ ਗਿਵਨ ਆ। ਬਾਅਦ ਵਿੱਚ ਸੋਚਾਂਗੇ ਕਿ ਇੱਥੇ ਕਿਹੜਾ ਫਾਰਮੂਲਾ ਲੱਗੇਗਾ ਜਾਂ ਕਿਹੜਾ ਫਾਰਮੂਲੇ ਨੂੰ ਅਸੀਂ ਮੋਡੀਫਾਈ ਕਰ ਸਕਦੇ ਹਾਂ। ਪਹਿਲਾਂ ਤਾਂ ਜੋ ਟਰਮਸ ਤੁਹਾਨੂੰ ਗਿਵਨ ਆ ਉਹ ਲਿਖਦੇ ਜਾਓ। on the horizontal surface is needed just to start the block moving over the horizontal surface। ਜਿੱਦਾਂ ਹੀ ਅਸੀਂ ਉਹਨੂੰ ਮੂਵ ਕੀਤਾ ਤਾਂ ਜਿਹੜੀ ਜੀ ਆ ਉਹ ਇੰਨੀ ਲੱਗਣੀ ਚਾਹੀਦੀ ਆ। ਹੁਣ ਇਹਨਾਂ ਨੇ ਪੁੱਛਿਆ ਕੀ ਆ ਸਾਡੇ ਕੋਲ, ਕਹਿੰਦੇ what will be the coefficient of static friction। coefficient of static friction ਮਤਲਬ ਮਿਊ ਪੁੱਛਿਆ, ਮਿਊ ਕਿਹਦੇ ਇਕੁਅਲ ਹੁੰਦਾ ਆ, F ਡਿਵਾਈਡਡ ਬਾਈ R। ਹੁਣ ਧਿਆਨ ਨਾਲ ਦੇਖੋ ਬੱਚੇ, F ਤਾਂ ਸਾਡੇ ਕੋਲ ਹੈਗਾ ਪਰ R ਦੀ ਤਾਂ ਇਹਨਾਂ ਨੇ ਕਿਤੇ ਗੱਲ ਨਹੀਂ ਕੀਤੀ। ਕੀ ਅਸੀਂ R ਦੀ ਜਗ੍ਹਾ 'ਤੇ ਲਿਖ ਸਕਦੇ ਹਾਂ ਮਾਸ ਇੰਟੂ ਗ੍ਰੈਵਿਟੀ mg। ਜਿੱਦਾਂ ਬੱਚੇ ਫੋਰਸ ਕਿਹਦੇ ਇਕੁਅਲ ਹੁੰਦਾ, ਮਾਸ ਇੰਟੂ ਐਕਸਲਰੇਸ਼ਨ, R ਕਿਹਦੇ ਇਕੁਅਲ ਹੁੰਦਾ ਆ mg ਦੇ ਇਕੁਅਲ। ਫੋਰਸ ਤਾਂ ਡਾਇਰੈਕਟ ਸਾਨੂੰ ਗਿਵਨ ਆ, ਸੋ ਕਨਵਰਟ ਕਰਨ ਦੀ ਜ਼ਰੂਰਤ ਨਹੀਂ, ਅਸੀਂ ਡਾਇਰੈਕਟ 10 ਲਿਖ ਦਿੱਤਾ। ਮਾਸ ਕਿੰਨਾ ਗਿਵਨ ਆ 4 kg, ਸੋ 4 ਮਲਟੀਪਲਾਈ g ਦੀ ਵੈਲਿਊ 10, 10 ਦੇ ਨਾਲ 10 ਕੱਟਿਆ ਗਿਆ ਤਾਂ ਕੋਫੀਸ਼ੀਐਂਟ ਆਫ ਫ੍ਰਿਕਸ਼ਨ ਕਿੰਨਾ ਆ ਗਿਆ 1/4। ਪਰ ਇਹਨਾਂ ਨੇ ਪੁਆਇੰਟਸ ਦੇ ਵਿੱਚ ਆਨਸਰ ਦਿੱਤਾ 1/4 ਨੂੰ ਬੱਚੇ ਡਿਵਾਈਡ ਕਰਕੇ ਦੇਖ ਲਓ 0.25। ਸੋ A ਆਪਸ਼ਨ ਇਜ਼ ਦਾ ਰਾਈਟ ਆਨਸਰ। ਸੋ ਨੈਕਸਟ ਕੁਐਸਚਨ ਤੇ ਆ ਜਾਓ 36। ਅ ਮਾਸ ਆਫ 4 kg ਰੈਸਟ ਔਨ ਦਾ ਹੌਰੀਜ਼ੋਂਟਲ ਪਲੇਨ। ਇੱਕ ਕੋਈ ਮਾਸ ਆ ਬੱਚੇ ਜਿਹੜਾ 4 kg ਆ, ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਇੱਕ ਪਲੇਨ ਦੇ ਉੱਪਰ 4 kg ਜਿਹੜਾ ਭਾਰ ਆ ਉਹ ਰੈਸਟ ਦੇ ਉੱਪਰ ਪਿਆ ਆ। ਦਾ ਪਲੇਨ ਇਜ਼ ਗ੍ਰੈਜੂਅਲੀ ਇਨਕਲਾਈਨਡ। ਗ੍ਰੈਜੂਅਲੀ ਇਨਕਲਾਈਨਡ ਮਤਲਬ ਪਰਟੀਕੂਲਰ ਕੋਈ ਐਂਗਲ ਦੇ ਨਾਲ ਉਹ ਸਲੋਪ ਬਣ ਰਹੀ ਆ, ਤੁਸੀਂ ਦੇਖ ਸਕਦੇ ਇੱਦਾਂ। ਠੀਕ ਹੈ। until at an angle of 15 degree, ਸੈਂਟਰ 'ਚ ਤੁਸੀਂ ਦੇਖ ਸਕਦੇ ਆ ਬੱਚੇ ਜਿਹੜਾ ਐਂਗਲ ਆ ਉਹ 15 ਡਿਗਰੀ ਦਾ ਆ। with a horizontal the mass just begin to slide। ਜਿੱਦਾਂ ਹੀ ਜਿਹੜਾ ਆਹ ਵਾਲਾ ਮਾਸ ਆ ਨੀਚੇ ਵੱਲ ਨੂੰ ਖਿਸਕਣਾ ਸਟਾਰਟ ਹੋਇਆ, ਸਲਾਈਡ ਕਰਨਾ ਸਟਾਰਟ ਹੋਇਆ। what is the coefficient of static friction between the block and the surface। ਹੁਣ ਅਗੇਨ ਬੱਚੇ ਅਸੀਂ ਕੀ ਪਤਾ ਕਰਨਾ, ਕੋਫੀਸ਼ੀਐਂਟ ਆਫ ਸਟੈਟਿਕ ਫ੍ਰਿਕਸ਼ਨ ਮਤਲਬ ਕਿ ਮਿਊ ਪਤਾ ਕਰਨਾ। ਮਿਊ ਕਿਹਦੇ ਇਕੁਅਲ ਹੁੰਦਾ F/R ਦੇ। ਹੁਣ ਇਸ ਪੂਰੇ ਕੁਐਸਚਨ ਦੇ ਵਿੱਚ ਨਾ ਸਾਨੂੰ F ਪਤਾ ਨਾ ਸਾਨੂੰ R ਪਤਾ, ਸਿਰਫ ਸਾਨੂੰ ਡਾਇਗਰਾਮ ਇੱਦਾਂ ਦੀ ਕੁਛ ਦਿੱਤੀ ਹੋਈ ਆ, ਗਿਵਨ ਹੋਏਗੀ ਕਿਉਂਕਿ ਬੱਚੇ ਉਹਨਾਂ ਨੇ ਦੱਸਿਆ ਹੋਇਆ ਵੀ ਡਾਇਗਰਾਮ ਦੇ ਅਕੋਰਡਿੰਗਲੀ, ਇਹਦਾ ਮਤਲਬ ਆਹ ਡਾਇਗਰਾਮ ਤੁਹਾਨੂੰ ਪੇਪਰ ਦੇ ਵਿੱਚ ਬਣੀ ਆਏਗੀ। ਇੱਥੋਂ ਹੀ ਅਸੀਂ F ਨਿਕਾਲਾਂਗੇ, ਇੱਥੋਂ ਹੀ ਅਸੀਂ R ਨਿਕਾਲਾਂਗੇ। ਸੋ ਡਾਇਗਰਾਮ ਦੇਖ ਲਓ। ਸਭ ਤੋਂ ਪਹਿਲਾਂ ਅਸੀਂ ਕੀ ਲਿਖਾਂਗੇ, ਆਹ ਵਾਲੀ ਬੱਚੇ ਜੋ ਫ੍ਰਿਕਸ਼ਨ ਆ ਉਹ ਫੋਰਸ ਦੇ ਇਕੁਅਲ ਹੋਏਗੀ। ਸੋ F = mg cos sin alpha, ਕਿਉਂਕਿ ਬੱਚੇ ਆਹ ਬੇਸ ਆ, ਇਹਦਾ ਬੇਸ ਤੇ cos ਥੀਟਾ ਹੁੰਦਾ, ਪਰਪੈਂਡੀਕੂਲਰ ਤੇ ਆਲਵੇਜ਼ sin ਥੀਟਾ। ਨੈਕਸਟ ਆਹ ਵਾਲਾ ਇੱਧਰ ਕੀ ਲੱਗ ਰਿਹਾ ਤੁਹਾਡਾ R ਕਿਹਦੇ ਇਕੁਅਲ ਹੋਏਗਾ mg cos alpha ਦੇ। ਦੋਨਾਂ ਨੂੰ ਡਿਵਾਈਡ ਕੀਤਾ ਤਾਂ F/R ਆ ਗਿਆ ਸਾਡੇ ਕੋਲ। ਠੀਕ ਹੈ, F/R। ਦੈਨ mg ਦੇ ਨਾਲ mg ਕੈਂਸਲ, sin/cos ਕਿਹਦੇ ਇਕੁਅਲ ਆ ਗਿਆ tan ਦੇ। ਸੋ ਅਸੀਂ ਲਿਖ ਦਿੱਤਾ tan alpha। ਹੁਣ ਸਾਨੂੰ ਪਤਾ ਆ ਅਕੋਰਡਿੰਗ ਟੂ ਦ ਕੁਐਸਚਨ, ਅਕੋਰਡਿੰਗ ਟੂ ਦ ਇਕੁਏਸ਼ਨ ਸਾਡੇ ਕੋਲ ਹੁੰਦਾ ਆ F/R ਕਿਹਦੇ ਇਕੁਅਲ ਹੁੰਦਾ ਆ μs ਦੇ। ਸੋ ਆਹ ਇਕੁਏਸ਼ਨ ਨੰਬਰ 3 ਲੈ ਲਓ ਤੇ ਇਹਨੂੰ ਇਕੁਏਸ਼ਨ ਨੰਬਰ 4। ਫਰੋਮ ਇਕੁਏਸ਼ਨ ਨੰਬਰ 3 and 4 if one side is equal then other side is also equal। ਸੋ ਆਹ ਟਰਮ ਆ ਗਈ। ਐਲਫਾ ਆਨਸਰ ਕਿੰਨਾ ਆ 15 ਡਿਗਰੀ ਸਾਨੂੰ ਗਿਵਨ ਆ। ਸੋ tan 15 ਜਾਂ ਤਾਂ ਤੁਹਾਡੀ ਆਪਸ਼ਨ ਦੇ ਵਿੱਚ ਆਨਸਰ ਹੋਏਗਾ ਜਾਂ ਇਹਨੂੰ ਬੱਚੇ ਲੌਗ ਟੇਬਲ ਤੋਂ ਤੁਸੀਂ ਦੇਖ ਕੇ ਕਨਵਰਟ ਕਰ ਦੇਣਾ। ਸੋ ਅਗਰ ਤਾਂ ਤੁਹਾਨੂੰ ਲੌਗ ਟੇਬਲ ਆਂਦਾ ਆ ਤਾਂ ਠੀਕ ਹੈ, ਜੇ ਲੌਗ ਟੇਬਲ ਨਹੀਂ ਆਂਦਾ ਇੱਕ ਵਾਰੀ ਕਮੈਂਟ ਸੈਕਸ਼ਨ ਦੇ ਵਿੱਚ ਦੇ ਦੇਣਾ, ਤੁਹਾਨੂੰ ਲੌਗ ਟੇਬਲ ਵੀ
ਜਿਹੜਾ ਆ ਦੇਖਣਾ ਦੱਸ ਦਾਂਗੇ ਕਿ ਕਿਸ ਤਰੀਕੇ ਨਾਲ tan 15 ਦਾ ਤੁਸੀਂ ਆਨਸਰ ਦੇਣਾ ਆ। ਸੋ ਬੱਚੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਬੋਰਡ ਦੇ ਵਿੱਚ ਜਿਹੜਾ ਆ ਤੁਹਾਨੂੰ ਟੈਨ ਵਗੈਰਾ ਦੇ ਜਿਹੜੇ ਆਨਸਰਸ ਆ ਇਸ ਤਰੀਕੇ ਨਾਲ ਪੁੱਛੇ ਜਾਣਗੇ, ਬਟ ਫਿਰ ਵੀ ਆਪਣੀ ਲੌਗ ਦੀ ਤਿਆਰੀ ਕਰਕੇ ਜਾਣਾ। ਹੋ ਸਕਦਾ ਤੁਹਾਨੂੰ ਪੁੱਛ ਲਏ ਜਾਣ, ਬਟ 80% ਚਾਂਸ ਆ ਕਿ ਤੁਹਾਨੂੰ ਲੌਗ ਟੇਬਲ ਦੀ ਫਿਜ਼ਿਕਸ ਦੇ ਵਿੱਚ ਜ਼ਰੂਰਤ ਨਹੀਂ ਹੋਏਗੀ। ਇਹਦਾ ਮਤਲਬ 10 15 ਤੱਕ ਤਾਂ ਪੁੱਛ ਸਕਦੇ ਆਪਸ਼ਨਸ ਦੇ ਵਿੱਚ, ਇਹ ਤੋਂ ਅੱਗੇ ਨਹੀਂ ਪੁੱਛ ਸਕਦੇ। 80% ਚਾਂਸ ਆ ਕਿ ਇੱਦਾਂ ਦੇ ਕੁਐਸਚਨਸ ਨਹੀਂ ਆਣਗੇ। ਸੋ ਨੈਕਸਟ ਕੁਐਸਚਨ, ਅ ਸੂਟਕੇਸ ਇਜ਼ ਜੈਂਟਲੀ ਡਰੋਪਡ ਔਨ ਦ, ਬੱਚੇ ਹੁਣ ਕੀ ਕੀਤਾ, ਇੱਕ ਸੂਟਕੇਸ ਲਿੱਤਾ ਤਾਂ ਇੱਕ ਬੈਲਟ ਜਿਹੜੀ ਮੂਵ ਕਰ ਰਹੀ ਆ, ਹੌਰੀਜ਼ੋਨਟਲ ਮੂਵ ਕਰ ਰਹੀ ਆ, ਉਹਦੇ ਉੱਪਰ 3 ਮੀਟਰ ਪਰ ਸੈਕਿੰਡ ਦੇ ਨਾਲ ਜਿਹੜੀ ਇੱਕ ਬੈਲਟ ਮੂਵ ਕਰ ਰਹੀ। ਤੁਸੀਂ ਕਦੇ ਦਿੱਲੀ ਅੰਮ੍ਰਿਤਸਰ ਉੱਥੇ ਗਏ ਹੋਣੇ ਆ ਏਅਰਪੋਰਟ 'ਤੇ, ਜਾਂ ਫਿਰ ਜਲੰਧਰ ਜਾਂ ਲੁਧਿਆਣੇ ਜਾਂ ਬੱਚੇ ਵੱਡੇ ਸ਼ਹਿਰਾਂ ਦੇ ਵਿੱਚ ਤੁਸੀਂ ਮੌਲਸ 'ਤੇ ਦੇਖਿਆ ਹੋਣਾ ਕਿ ਅੱਜ ਕੱਲ੍ਹ ਇੱਕ ਬੈਲਟ ਲੱਗੀ ਹੁੰਦੀ ਜਿੱਥੇ ਚੈਕਿੰਗ ਹੁੰਦੀ ਆ। ਇਹਦਾ ਮਤਲਬ ਬੈਲਟ ਦੇ ਉੱਪਰ ਆਪਣਾ ਸਮਾਨ ਰੱਖੋ, ਉਹ ਸਕੈਨਰ ਦੇ ਵਿੱਚੋਂ ਆਟੋਮੈਟਿਕਲੀ ਸਮਾਨ ਇੱਧਰ ਜਾਏਗਾ, ਆਪਣੇ ਆਪ ਹੀ ਜਿਹੜੀ ਬੈਲਟ ਆ ਉਹ ਇਸ ਤਰੀਕੇ ਨਾਲ ਮਸ਼ੀਨ ਦੇ ਅੰਦਰ ਰੋਟੇਟ ਕਰਦੀ। ਤੁਸੀਂ ਤਾਂ ਜਸਟ ਜਾ ਕੇ ਆਪਣਾ ਬੈਗ ਰੱਖਣਾ ਹੁੰਦਾ ਅਤੇ ਸਕੈਨਰ ਦੇ ਵਿੱਚੋਂ ਨਿਕਲ ਜਾਏਗਾ ਤਾਂ ਸਕੈਨ ਹੋ ਜਾਏਗਾ ਕਿ ਤੁਹਾਡੇ ਬੈਗ ਦੇ ਵਿੱਚ ਕੀ ਆ। ਇਹਦਾ ਮਤਲਬ ਅਸੀਂ ਉਸ ਮਸ਼ੀਨ ਦੀ ਅਤੇ ਉਸ ਸੂਟਕੇਸ ਦੀ ਗੱਲ ਕਰਨ ਲੱਗੇ ਹਾਂ। ਸੂਟਕੇਸ ਮਤਲਬ ਆਹ ਵਾਲੇ ਬੈਗ ਦੀ ਗੱਲ ਕਰਨ ਲੱਗੇ ਹਾਂ। ਕਹਿੰਦੇ ਜੈਂਟਲੀ ਡਰੋਪ ਕਰ ਦਿੱਤਾ ਗਿਆ ਇੱਕ ਬੈਲਟ ਦੇ ਉੱਪਰ, ਤਾਂ 3 ਮੀਟਰ ਪਰ ਸੈਕਿੰਡ ਦੀ ਸਪੀਡ ਦੇ ਨਾਲ ਜਿਹੜੀ ਆ ਬੈਲਟ ਆ ਇਹ ਚੱਲ ਰਹੀ ਆ। ਇਫ ਦਾ ਕੋਫੀਸ਼ੀਐਂਟ ਆਫ ਫ੍ਰਿਕਸ਼ਨ ਬਿਟਵੀਨ ਦਾ ਬੈਲਟ ਐਂਡ ਸੂਟਕੇਸ ਇਜ਼ 0.5, ਇਹਦਾ ਮਤਲਬ ਇਸ ਟਾਈਮ ਤੁਹਾਨੂੰ ਮਿਊ ਜਿਹੜਾ ਗਿਵਨ ਆ, ਵੈਲੋਸਿਟੀ ਜਿਹੜੀ ਆ, ਫਾਈਨਲ ਵੈਲੋਸਿਟੀ ਆ ਉਹ ਤੁਹਾਨੂੰ ਗਿਵਨ ਆ 3 ਮੀਟਰ। ਜੈਂਟਲੀ ਡਰੋਪ ਬੱਚੇ ਉਹ ਇਨੀਸ਼ੀਅਲ ਵੈਲੋਸਿਟੀ ਵੀ ਹੋ ਸਕਦੀ, ਆਪਾਂ ਪੜ੍ਹ ਕੇ ਦੇਖਦੇ ਹਾਂ ਅੱਗੇ। ਵਿਲ ਬੀ ਦਾ ਸੂਟਕੇਸ ਮੂਵ ਔਨ ਦਾ ਬੈਲਟ ਬਿਫੋਰ ਬਿਕਮ ਟੂ ਰੈਸਟ, ਰੈਸਟ ਦੇ ਆਉਣ ਤੋਂ ਪਹਿਲਾਂ, ਮਤਲਬ ਫਾਈਨਲ ਵੈਲੋਸਿਟੀ 0 ਆ, ਇਨੀਸ਼ੀਅਲ ਵੈਲੋਸਿਟੀ 3 ਆ। ਤਾਂ ਅਸੀਂ ਪਤਾ ਕੀ ਕਰਨਾ ਆ, ਇੱਥੇ ਉਹਨਾਂ ਨੇ ਕਿਹਾ ਆ, ਲਾਸਟ ਲਾਈਨ ਦੇਖ ਲਓ, ਹਾਊ ਫॉर ਵਿਲ ਦਾ ਸੂਟਕੇਸ, ਮਤਲਬ ਕਿ ਉਹਨੇ ਕਿੰਨਾ ਦੂਰੀ ਤੈਅ ਕੀਤੀ। ਇਹਦਾ ਮਤਲਬ ਸਾਨੂੰ ਡਿਸਟੈਂਸ ਪਤਾ ਕਰਨੀ ਆ। ਅਗਰ ਡਿਸਟੈਂਸ ਪਤਾ ਕਰਨੀ, ਡਿਸਟੈਂਸ ਦੇ ਦੋ ਹੀ ਫਾਰਮੂਲੇ ਆ ਬੱਚੇ, v² ਮਾਈਨਸ u² ਇਜ਼ ਇਕੁਅਲਸ ਟੂ 2as, ਜਾਂ ਫਿਰ s ਇਜ਼ ਇਕੁਅਲਸ ਟੂ ut ਪਲਸ ਹਾਫ at²। ਹੁਣ ਦੇਖੋ ਤੇ ਟਾਈਮ ਦੀ ਤਾਂ ਕਿਤੇ ਗੱਲ ਨਹੀਂ ਹੋਈ, ਇਹਦਾ ਮਤਲਬ ਆਹ ਵਾਲਾ ਫਾਰਮੂਲਾ ਅਸੀਂ ਇਗਨੋਰ ਕਰਦੇ, ਇਹਨੂੰ ਨਹੀਂ ਅਪਲਾਈ ਕਰਦੇ, ਆਹ ਵਾਲਾ ਅਪਲਾਈ ਕਰਕੇ ਦੇਖਦੇ ਹਾਂ। ਇਹਨਾਂ ਗੱਲ ਨਹੀਂ ਬਣੇਗੀ ਤਾਂ ਡੈਫੀਨੇਟਲੀ ਅਸੀਂ ਇਹਨੂੰ ਯੂਜ਼ ਕਰਾਂਗੇ, ਪਰ ਪਹਿਲਾਂ ਆਪਾਂ ਇਹਨੂੰ ਟਰਾਈ ਕਰਕੇ ਦੇਖਦੇ ਹਾਂ। ਕਿਉਂਕਿ ਸਾਨੂੰ v ਵੀ ਪਤਾ, u ਵੀ ਪਤਾ, ਐਕਸਲਰੇਸ਼ਨ ਸਾਨੂੰ ਨਹੀਂ ਪਤਾ, ਬਟ ਐਕਸਲਰੇਸ਼ਨ ਜਿਹੜੀ ਆ ਉਹ ਅਸੀਂ ਸੋਲਵ ਕਰ ਸਕਦੇ ਹਾਂ ਕਿਉਂਕਿ ਸਾਨੂੰ ਉਹਨਾਂ ਨੇ ਮਿਊ ਦਿੱਤਾ ਹੋਇਆ। ਠੀਕ ਹੈ ਜੀ, ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਟਰਮਸ ਲਿਖ ਲਓ, u v ਮਿਊ ਜਿਹੜਾ ਤੁਹਾਨੂੰ ਗਿਵਨ ਆ। ਸੋ ਬੱਚੇ ਐਕਸਲਰੇਸ਼ਨ ਕਿਹਦੇ ਇਕੁਅਲ ਹੁੰਦੀ ਆ, ਮਾਈਨਸ ਮਿਊ ਜੀ ਦੇ। ਸੋ ਮਿਊ ਦੀ ਵੈਲਿਊ ਤੁਹਾਨੂੰ ਗਿਵਨ ਆ 0.5, ਜੀ ਦੀ ਵੈਲਿਊ 9.8। ਸੋ ਇਹਨੂੰ ਸੋਲਵ ਕੀਤਾ, ਤੁਹਾਡੀ ਐਕਸਲਰੇਸ਼ਨ ਆ ਗਈ। ਅਗਰ ਐਕਸਲਰੇਸ਼ਨ ਆ ਗਈ ਤਾਂ ਸਿਰਫ ਐਸ ਹੀ ਪਤਾ ਕਰਨਾ। ਐਸ ਸਾਡਾ ਮੇਨ ਕੁਐਸਚਨ ਸੀਗਾ ਕਿ ਐਸ ਪਤਾ ਕਰੋ, ਹਾਊ ਫॉर ਮਤਲਬ ਐਸ ਪਤਾ ਕਰੋ, ਬਸ ਉਹਨੂੰ ਵੈਲਿਊਜ਼ ਪੁੱਟ ਕਰੋ ਅਤੇ ਐਸ ਨੂੰ ਸੋਲਵ ਕਰ ਲਓ। ਸੋ ਸਿੰਪਲ ਤੁਹਾਡਾ ਆਨਸਰ ਆ ਜਾਏਗਾ। ਨੈਕਸਟ ਆ, ਫਾਈਂਡ ਦਾ ਫੋਰਸ ਰਿਕੁਆਇਰ ਟੂ ਮੂਵ ਅ ਟ੍ਰੇਨ ਆਫ ਮਾਸ। ਹੁਣ ਬੱਚੇ ਟ੍ਰੇਨ ਦਾ ਜਿਹੜਾ ਭਾਰ ਆ 10⁴ kg ਉਹ ਸਾਨੂੰ ਗਿਵਨ ਆ। ਅਪ ਐਨ ਇਨਕਲਾਈਨਡ ਆਫ 1 ਮੀਟਰ ਇਨ 50 ਸੈਕਿੰਡਸ, 1 ਮਿੰਟ ਮਤਲਬ ਉਹਦੇ ਵਿੱਚ ਤੇ 50 ਸੈਕਿੰਡਸ ਜਿਹੜਾ ਤੁਹਾਨੂੰ ਟਾਈਮ ਗਿਵਨ ਆ। ਵਟ ਇਜ਼ ਦਾ ਵਿਦ ਐਨ ਐਕਸਲਰੇਸ਼ਨ, ਐਕਸਲਰੇਸ਼ਨ ਮਤਲਬ ਇਹ ਵੀ ਤੁਹਾਨੂੰ ਗਿਵਨ ਆ 2 ਮੀਟਰ ਪਰ ਸੈਕਿੰਡ। ਦ ਕੋਫੀਸ਼ੀਐਂਟ ਆਫ ਫ੍ਰਿਕਸ਼ਨ ਬਿਟਵੀਨ ਦ ਟ੍ਰੇਨ ਐਂਡ ਦ ਰੇਲ ਆਰ 0.005। ਹੁਣ ਤੁਹਾਡੇ ਕੋਲ ਜਿਹੜੀ ਮਿਊ ਆ ਉਹ ਵੀ ਗਿਵਨ ਆ, ਤਾਂ ਅਸੀਂ ਪਤਾ ਕੀ ਕਰਨਾ, ਫੋਰਸ। ਹੁਣ ਫੋਰਸ ਕਿੱਥੋਂ ਪਤਾ ਲੱਗੇਗਾ ਬੱਚੇ, ਜਿਹੜਾ ਆਹ ਕੁਐਸਚਨ ਆ ਮੇਰੇ ਅਕੋਰਡਿੰਗਲੀ ਬਿਲਕੁਲ ਅਨਇੰਪੋਰਟੈਂਟ ਕੁਐਸਚਨ ਆ, ਪੇਪਰ ਦੇ ਵਿੱਚ ਨਹੀਂ ਆ ਸਕਦਾ ਕਿਉਂਕਿ ਇੰਨਾ ਹਾਈ ਲੈਵਲ ਬੱਚੇ ਪੰਜਾਬ ਬੋਰਡ ਨਹੀਂ ਰੱਖਦਾ। ਬਟ ਜਿਹੜਾ ਐਕੂਰੇਟ ਆ ਬੱਚੇ, ਇਹਨਾਂ ਨੇ ਥੋੜ੍ਹਾ ਜਿਹਾ ਲੈਵਲ, ਥੋੜ੍ਹਾ ਜਿਹਾ ਕਹਿ ਲਓ ਲੈਵਲ ਆਪਣਾ ਹਾਈ ਰੱਖਿਆ। ਅਗਰ ਤੁਸੀਂ ਥੋੜ੍ਹਾ ਡਿਫੀਕਲਟ ਲੈਵਲ 'ਤੇ ਜਾਓਗੇ ਤਾਂ ਹੀ ਕਹਿ ਲਓ ਤੁਸੀਂ ਆਪਣੇ ਪੇਪਰ ਦੇ ਲੈਵਲ ਤੱਕ ਪਹੁੰਚ ਪਾਓਗੇ। ਸੋ ਜਿਹੜੇ ਤਾਂ ਬੱਚੇ ਵੀਕ ਸਟੂਡੈਂਟ ਆ ਉਹਨਾਂ ਦੇ ਦਾ ਸੁਜੈਸ਼ਨ ਆ ਕਿ 38th ਕੁਐਸਚਨ ਤੁਸੀਂ ਛੱਡ ਸਕਦੇ ਆ। ਜਿਹੜੇ ਬੱਚੇ ਆਪਣੇ ਪੇਪਰ ਦੀ 100% ਤਿਆਰੀ ਕਰਨਾ ਚਾਹੁੰਦੇ ਆ ਤਾਂ ਉਹ 110% ਪੜ੍ਹ ਕੇ ਜਾਣ, ਬਸ ਇਹ ਉਹ 10% ਜਿਹੜਾ ਐਕਸਟਰਾ ਆ ਇਹ ਉੱਦਾਂ ਦਾ ਕੁਐਸਚਨ ਆ। ਸੋ 38 ਨੰਬਰ ਕੁਐਸਚਨ ਦੇਖੋ, ਪਹਿਲਾਂ ਬੱਚੇ ਸਾਰੀ ਟਰਮ ਲਿਖ ਲਈ। ਉਹਨਾਂ ਨੇ ਇਨਕਲੀਨੇਸ਼ਨ ਦਿੱਤਾ ਹੋਇਆ ਕਿ 1 in 10 ਸੈਕਿੰਡ, ਇਹਦਾ ਮਤਲਬ ਸਾਈਨ ਥੀਟਾ ਦੀ ਵੈਲਿਊ ਗਿਵਨ ਆ 1/50। ਕਲੀਅਰ ਹੋ ਗਿਆ। ਸੋ ਸਾਈਨ ਦੀ ਵੈਲਿਊ ਸਾਨੂੰ ਗਿਵਨ ਆ, ਅਸੀਂ ਫੋਰਸ ਪਤਾ ਕਰਨਾ। ਜਦੋਂ ਇਨਕਲੀਨੇਸ਼ਨ ਦੀ ਗੱਲ ਹੁੰਦੀ ਆ ਬੱਚੇ, ਉੱਥੇ ਅਸੀਂ ਫਾਰਮੂਲਾ ਯੂਜ਼ ਕਰਦੇ ਹਾਂ F = mg sin ਥੀਟਾ ਪਲਸ ਮਿਊ mg cos ਥੀਟਾ ਪਲਸ
ਮਾਸ ਇਨਟੂ ਐਕਸਲਰੇਸ਼ਨ। ਅਦਰਵਾਈਜ਼ ਬੱਚੇ ਇਹ ਵਾਲਾ ਜੋ ਆਰਟੀਕਲ ਹੈ ਐਕਚੁਅਲੀ ਪੰਜਾਬ ਬੋਰਡ ਦੇ ਵਿੱਚ ਕਰਵਾਇਆ ਹੀ ਨਹੀਂ ਜਾਂਦਾ, ਇਹਨੂੰ ਸਕਿਪ ਕਰ ਦਿੱਤਾ ਜਾਂਦਾ ਆ। ਦੋ ਹੀ ਆਰਟੀਕਲ ਆ, ਐਂਗਲ ਆਫ ਫ੍ਰਿਕਸ਼ਨ ਤੇ ਐਂਗਲ ਆਫ ਰਿਪੋਜ਼। ਠੀਕ ਹੈ, ਦੋ ਆਰਟੀਕਲਸ ਆ ਜਿਹਦੇ ਵਿੱਚ ਟੈਨ ਥੀਟਾ ਵਾਲਾ ਆਨਸਰ ਆਉਂਦਾ, ਉਹ ਤੁਹਾਡੇ ਸਿਲੇਬਸ ਦੇ ਵਿੱਚ ਹੈ। ਐਕਚੁਅਲੀ ਇਹ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਆ, ਬਟ ਚਲੋ ਕੁਐਸਚਨ ਆਇਆ ਹੋਇਆ ਤਾਂ ਆਪਾਂ ਇੱਕ ਵਾਰੀ ਡਿਸਕਸ ਕਰ ਲੈਂਦੇ ਹਾਂ। ਸੋ ਬੱਚੇ ਤੁਸੀਂ ਫਾਰਮੂਲਾ ਦੇਖ ਸਕਦੇ ਹਾਂ। ਫਾਰਮੂਲਾ ਤੁਹਾਡਾ ਆ ਗਿਆ mg sin ਥੀਟਾ mg cos ਥੀਟਾ ਪਲਸ ma। ਸਾਈਨ ਥੀਟਾ ਦੀ ਵੈਲਿਊ ਤੁਹਾਨੂੰ 1/50 ਗਿਵਨ ਹੈ, ਸੋ ਸਾਨੂੰ cos ਦੀ ਵੈਲਿਊ ਵੀ ਚਾਹੀਦੀ ਹੁੰਦੀ ਆ। ਠੀਕ ਹੈ, ਸਾਈਨ ਥੀਟਾ ਕਿਹਦੇ ਕੋਲ ਹੁੰਦਾ, ਪਰਪੈਂਡੀਕੂਲਰ ਓਵਰ ਹਾਈਪੋਟੀਨਿਊਸ। ਪਰਪੈਂਡੀਕੂਲਰ ਦੀ ਵੈਲਿਊ ਸਾਨੂੰ 1 ਪਤਾ ਤੇ ਹਾਈਪੋਟੀਨਿਊਸ 50 ਪਤਾ ਆ। ਸੋ ਇੱਥੋਂ ਬੱਚੇ ਅਸੀਂ cos ਥੀਟਾ ਦੀ ਵੈਲਿਊ ਨਿਕਾਲ ਲਈ। cos ਥੀਟਾ ਕਿਹਦੇ ਇਕੁਅਲ ਹੁੰਦਾ, ਤੁਹਾਨੂੰ ਪਤਾ ਕਿ ਸਾਈਨ ਸਕੇਅਰ ਥੀਟਾ ਪਲਸ cos ਸਕੇਅਰ ਥੀਟਾ ਇਕੁਅਲਸ ਟੂ 1। ਹੁਣ ਇੱਥੇ ਸਾਨੂੰ cos ਸਕੇਅਰ ਥੀਟਾ ਚਾਹੀਦਾ ਹੈ, ਇਹਦਾ ਮਤਲਬ ਸਾਈਨ ਉੱਧਰ ਚਲਾ ਗਿਆ ਤਾਂ 1 ਮਾਈਨਸ ਸਾਈਨ ਸਕੇਅਰ ਥੀਟਾ। ਸਕੇਅਰ ਹਟਾ ਦਿਓ, ਦੂਸਰੀ ਤਰਫ ਅੰਡਰ ਰੂਟ ਬਣ ਜਾਏਗਾ, ਤਾਂ ਕਰਕੇ ਇੱਦਾਂ ਫਾਰਮੂਲਾ ਬਣ ਗਿਆ। ਇੱਥੋਂ cos ਦੀ ਵੈਲਿਊ ਨਿਕਾਲ ਲਈ। ਦੈਨ ਬੱਚੇ ਹੁਣ ਤੁਹਾਨੂੰ ਸਾਈਨ ਵੀ ਪਤਾ, cos ਵੀ ਪਤਾ, mg ਮਿਊ ਸਭ ਕੁਝ ਪਤਾ, ਜਸਟ ਵੈਲਿਊਜ਼ ਪੁੱਟ ਕਰਨੀਆਂ ਸਟਾਰਟ ਕਰਨੀਆਂ। ਸੋ ਵੈਲਿਊਜ਼ ਪੁੱਟ ਕਰੋ ਤੇ ਸੋਲਵ ਕਰ ਲਓ। ਅਦਰਵਾਈਜ਼ ਇਹ ਕੁਐਸਚਨ ਡਿਫੀਕਲਟ ਨਹੀਂ ਆ, ਬਿਲਕੁਲ ਵੀ ਡਿਫੀਕਲਟ ਨਹੀਂ ਆ, ਬਟ ਹੋ ਸਕਦਾ ਤੁਹਾਡੇ ਪੇਪਰ ਦੇ ਵਿੱਚ ਪੁੱਛ ਲਿਆ ਜਾਵੇ। ਨੈਕਸਟ ਆ ਜਾਓ, a particle of mass 42 gram attached to a string of 60 centimeter is wrapped in a horizontal circle। ਹੁਣ horizontal circle ਦੇ ਉੱਪਰ ਕੋਈ ਚੀਜ਼ ਰੈਪ ਕੀਤੀ ਹੋਈ ਆ। the period of revolution is 28 degree centigrade। 28 degree centigrade ਨੂੰ ਦੇਖ ਕੇ ਘਬਰਾਉਣਾ ਨਹੀਂ, ਅਸੀਂ ਕੋਈ ਇੱਦਾਂ ਦਾ ਫਾਰਮੂਲਾ ਨਹੀਂ ਹੱਲੇ ਤੱਕ ਕੀਤਾ ਇਸ ਯੂਨਿਟ ਦੇ ਵਿੱਚ ਜਿਹਦੇ ਵਿੱਚ ਟੈਂਪਰੇਚਰ ਦੀ ਗੱਲ ਕੀਤੀ ਜਾਵੇ। ਸੋ ਇਹਨੂੰ ਦੇਖ ਕੇ ਘਬਰਾਉਣਾ ਨਹੀਂ, ਇਹਨੂੰ ਨਿਗਲੈਕਟ ਕਰ ਦਿਓ। ਫਾਈਂਡ ਟੈਂਸ਼ਨ ਇਨ ਦ ਸਟਰਿੰਗ। ਟੈਂਸ਼ਨ ਕਿੰਨਾ ਪਤਾ ਕਰਾਂਗੇ, ਟੈਂਸ਼ਨ ਮਤਲਬ ਕਿ ਅਸੀਂ ਫੋਰਸ ਪਤਾ ਕਰਨੀ ਆ। ਟੈਂਸ਼ਨ ਦਾ ਫਾਰਮੂਲਾ ਕੀ ਹੁੰਦਾ ਹੈ, mr ਓਮੇਗਾ ਸਕੁਅਰ। ਓਮੇਗਾ ਦਾ ਮਤਲਬ ਕੀ ਹੁੰਦਾ ਆ, 2π/t। ਠੀਕ ਹੈ ਜੀ, ਇਹ ਸੈਂਟਰੀਪੀਟਲ ਫੋਰਸ ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ। ਹੁਣ ਕੁਛ ਨਹੀਂ ਕਰਨਾ ਬੱਚੇ, m ਦੀ ਵੈਲਿਊ ਜਿਹੜੀ ਆ ਮਾਸ ਆ 42 kg ਸਾਨੂੰ ਗਿਵਨ ਆ, r ਜਿਹੜਾ ਆ 60 ਸੈਂਟੀਮੀਟਰ ਗਿਵਨ ਹੈ, 2 ਦੀ ਜਗ੍ਹਾ ਤੇ 2, ਪਾਈ ਦੀ ਜਗ੍ਹਾ ਤੇ 3.14 ਤੇ ਟਾਈਮ ਕਿੰਨਾ ਗਿਵਨ ਆ ਤੁਹਾਡਾ, ਟਾਈਮ ਰੈਪਡ ਇਨ ਇੱਥੇ ਲਿਖਿਆ ਹੋਇਆ ਹੌਰੀਜ਼ੋਂਟਲ। ਬੱਚੇ ਇੱਥੇ ਕੁਐਸਚਨ ਦੇ ਵਿੱਚ ਪ੍ਰੋਬਲਮ ਆ, ਦ ਟਾਈਮ ਆਫ ਰੈਵੋਲੂਸ਼ਨ। ਟਾਈਮ ਆਫ ਪੀਰੀਅਡ ਆਫ ਰੈਵੋਲੂਸ਼ਨ ਦਾ ਮਤਲਬ ਹੁੰਦਾ ਦਿਸ ਇਜ਼ ਦਾ ਟਾਈਮ ਪੀਰੀਅਡ। ਸੋ ਇੱਥੇ ਮਿਸਪ੍ਰਿੰਟ ਆ, ਇੱਥੇ ਗਲਤ ਲਿਖਿਆ ਹੋਇਆ। ਇੱਥੇ ਬੱਚੇ 28 ਡਿਗਰੀ ਨਹੀਂ ਆਏਗਾ, ਕੁਐਸਚਨ ਦੇ ਅਕੋਰਡਿੰਗਲੀ ਇੱਥੇ ਕੀ ਆ 2 ਸੈਕਿੰਡ, ਇਹਦਾ ਮਤਲਬ ਇੱਥੇ 2 ਸੈਕਿੰਡਸ ਹੋਏਗਾ। ਸੋ ਪ੍ਰਿੰਟਿੰਗ ਦੇ ਵਿੱਚ ਮਿਸਟੇਕ ਆ ਬੱਚੇ। ਜਿੰਨੇ ਵੀ ਬੱਚੇ ਐਕੂਰੇਟ ਦੀ ਬੁੱਕ ਪਰਚੇਜ਼ ਕੀਤੀ ਹੋਈ ਆ ਜਾਂ PDF ਆ ਤੁਹਾਡੇ ਕੋਲ, ਤੇ ਇੱਥੇ ਕਰੈਕਟ ਕਰ ਲਓ। ਇਫ ਪੀਰੀਅਡ ਆਫ ਰੈਵੋਲੂਸ਼ਨ ਇਜ਼ 2 ਸੈਕਿੰਡ, ਇਹਦਾ ਮਤਲਬ ਟਾਈਮ ਵੀ ਤੁਹਾਨੂੰ ਗਿਵਨ ਹੈ, ਤਾਂ ਟੈਂਸ਼ਨ ਪਤਾ ਕਰਨੀ ਆ, ਬਸ ਵੈਲਿਊ ਪੁੱਟ ਕਰੋ ਤੇ ਇਹਨੂੰ ਸੋਲਵ ਕਰ ਲਓ। ਠੀਕ ਹੈ ਜੀ। ਸੋ ਨੈਕਸਟ ਆ ਜਾਓ ਕੁਐਸਚਨ ਨੰਬਰ 40 ਤੇ। ਠੀਕ ਹੈ, ਦੇਖ ਲਓ ਅੱਗੇ ਸੋਲਵ ਇੱਦਾਂ ਕੀਤਾ ਹੋਇਆ। ਕੁਐਸਚਨ ਨੰਬਰ 40 ਤੇ ਆ ਜਾਓ, ਵਾਟ ਸ਼ੁੱਡ ਬੀ ਦਾ ਐਂਗਲ ਥਰੂ ਵਿਚ ਸਾਈਕਲਿਸਟ ਬੈਂਡ। ਹੁਣ ਬੱਚੇ ਸਾਈਕਲਿਸਟ ਬੈਂਡ ਆ, ਇਹਦਾ ਮਤਲਬ ਸਾਈਕਲਿਸਟ ਜਿੱਥੇ ਵੀ ਆਏਗਾ ਉੱਥੇ ਫਾਰਮੂਲਾ ਕੀ ਲੱਗੇਗਾ, tan θ = v² ਡਿਵਾਈਡਡ ਬਾਈ rg। ਕਿਹੜਾ ਫਾਰਮੂਲਾ ਲੱਗੇਗਾ, tan θ = v² ਡਿਵਾਈਡਡ ਬਾਈ rg। ਸੋ ਅੱਗੇ ਆ ਜਾਓ, ਵਰਟੀਕਲੀ ਵੈਨ ਦ ਕ੍ਰੋਸਿੰਗ ਅ ਸਰਕੂਲਰ ਪਾਥ ਆਫ ਰੇਡੀਅਸ 34.3। ਹੁਣ ਰੇਡੀਅਸ ਗਿਵਨ ਆ 34.3, ਉਹਨਾਂ ਨੇ ਕਿਹਾ ਕ੍ਰੋਸਿੰਗ ਅ ਸਰਕੂਲਰ ਪਾਥ ਆਫ ਰੇਡੀਅਸ, ਇਹਦਾ ਮਤਲਬ ਸਰਕਮਫਰੰਸ ਗਿਵਨ ਆ ਇਨ √22 ਸੈਕਿੰਡ। ਟਾਈਮ ਵੀ ਤੁਹਾਨੂੰ ਗਿਵਨ ਹੈ। ਸੋ ਅਸੀਂ ਫਾਈਂਡ ਕੀ ਕਰਨਾ ਆ, ਵਾਟ ਸ਼ੁੱਡ ਬੀ ਦਾ ਐਂਗਲ, ਇਹਦਾ ਮਤਲਬ ਥੀਟਾ ਐਂਗਲ ਜਿਹੜਾ ਆ ਅਸੀਂ ਫਾਈਂਡ ਆਊਟ ਕਰਨਾ। ਥੀਟਾ ਐਂਗਲ ਪਤਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਕੀ ਕੀਤਾ, ਰੇਡੀਅਸ ਆਫ ਸਰਕੂਲਰ ਪਾਥ ਕਿਹਦੇ ਇਕੁਅਲ ਹੁੰਦਾ, ਸਰਕਮਫਰੰਸ ਡਿਵਾਈਡਡ ਬਾਈ 2π। ਸਰਕਮਫਰੰਸ ਸਾਡੇ ਕੋਲ ਕਿੰਨਾ ਆ 34.3 ਡਿਵਾਈਡਡ ਬਾਈ 2π ਦੀ ਵੈਲਿਊ ਪੁੱਟ ਕੀਤੀ। ਦੈਨ ਵੈਲੋਸਿਟੀ ਕਿਹਦੇ ਇਕੁਅਲ ਹੁੰਦੀ ਹੈ, ਡਿਸਟੈਂਸ ਓਵਰ ਟਾਈਮ ਦੇ। ਵੈਲੋਸਿਟੀ ਡਿਸਟੈਂਸ ਓਵਰ ਟਾਈਮ। ਸੋ ਡਿਸਟੈਂਸ ਕਿੰਨਾ ਕਵਰ ਕੀਤਾ 34.3 ਔਰ ਟਾਈਮ ਕਿੰਨਾ ਲੱਗਿਆ √2। ਸੋ ਸਾਡੇ ਕੋਲ v ਔਰ r ਦੋਨੋਂ ਟਰਮਸ ਆ ਗਈਆਂ। tan θ ਸਾਡੇ ਕੋਲ ਸਟੈਂਡਰਡ ਵੈਲਿਊ ਆ ਬੱਚੇ, ਇਹਦੀ ਵੈਲਿਊਜ਼ ਪੁੱਟ ਕਰੋ, ਇਹਨੂੰ ਸੋਲਵ ਕਰੋ ਤਾਂ ਤੁਹਾਡਾ ਸਿੰਪਲ ਆਨਸਰ ਆ ਜਾਏਗਾ। ਸੋ ਟਰਾਈ ਬੱਚੇ, ਜਿਹੜੀ ਕੈਲਕੂਲੇਸ਼ਨ ਆ ਤੁਹਾਡੇ ਹੱਥ ਵਿੱਚ ਆ, ਤੁਸੀਂ ਖੁਦ ਹੀ ਟਰਾਈ ਕਰਕੇ ਦੇਖਣੀ ਆ। ਸਭ ਤੋਂ ਵੱਡੀ ਚੀਜ਼ ਇਹ ਆ ਕਿ ਤੁਹਾਨੂੰ ਕੈਲਕੂਲੇਟਰਸ ਅਲਾਉਡ ਹੈ, ਸੋ ਤੁਸੀਂ ਆਪਣੀ ਕੈਲਕੂਲੇਸ਼ਨ ਕੈਲਕੂਲੇਟਰ ਦੀ ਹੈਲਪ ਦੇ ਨਾਲ ਕਰ ਸਕਦੇ ਆ। Question number 41 is an important question. A body of mass m moving along x-axis such that its position
ਕੋਰਸਪੋਂਡਿੰਗ ਐਟ ਐਨੀ ਇੰਸਟੈਂਟ ਟੀ, ਤਾਂ ਤੁਹਾਨੂੰ x ਦੀ ਵੈਲਿਊ ਗਿਵਨ ਆ, ABC ਕੌਨਸਟੈਂਟ ਆ, ਵਟ ਇਜ਼ ਦ ਫੋਰਸ। ਹੁਣ ਬੱਚੇ ਤੁਸੀਂ ਫੋਰਸ ਪਤਾ ਕਰਨੀ, ਫੋਰਸ ਕਿਹਦੇ ਇਕੁਅਲ ਹੁੰਦੀ ਆ, ਫੋਰਸ ਹੁੰਦੀ ਆ ਮਾਸ ਇਨਟੂ ਐਕਸਲਰੇਸ਼ਨ। ਹੁਣ ਦੇਖੋ ਤੁਹਾਨੂੰ ਕਿਤੇ ਮਾਸ ਨਹੀਂ ਹੈਗਾ ਗਿਵਨ, ਨਾ ਹੀ ਐਕਸਲਰੇਸ਼ਨ ਗਿਵਨ ਆ, ਬਟ ਸਾਨੂੰ ਡਿਸਟੈਂਸ ਗਿਵਨ ਆ, x ਗਿਵਨ ਆ। x ਤੋਂ ਸਾਡੀ ਵੈਲੋਸਿਟੀ ਨਿਕਲ ਜਾਏਗੀ, ਕਿਉਂਕਿ ਵੈਲੋਸਿਟੀ ਕਿਹਦੇ ਇਕੁਅਲ ਹੁੰਦੀ ਆ, ਡਿਸਟੈਂਸ ਓਵਰ ਟਾਈਮ। ਅਗਰ ਵੈਲੋਸਿਟੀ ਨਿਕਲ ਗਈ ਤਾਂ ਐਕਸਲਰੇਸ਼ਨ ਨਿਕਲ ਜਾਏਗੀ, ਦੈਟ ਇਜ਼ dv ਓਵਰ dt। ਇਹਦਾ ਮਤਲਬ ਐਕਸਲਰੇਸ਼ਨ ਸਾਡੀ ਨਿਕਲ ਸਕਦੀ ਹੈ, ਤਾਂ ਮਾਸ ਨੂੰ ਅਸੀਂ ਐਸ ਸੱਚ ਰਹਿਣ ਦੇਣਾ, ਕਿਉਂਕਿ ਸਾਡੀ ਆਪਸ਼ਨਸ ਦੇ ਵਿੱਚ ਜਿਹੜਾ ਆ ਮਾਸ ਆ ਰਿਹਾ, ਦਾ ਮਤਲਬ ਮਾਸ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਸਿਰਫ ਅਸੀਂ ਐਕਸਲਰੇਸ਼ਨ ਨਿਕਾਲਣਾ। ਸੋ ਸਭ ਤੋਂ ਪਹਿਲਾਂ ਕੀ ਕਰਾਂਗੇ, ਵੈਲੋਸਿਟੀ ਕਿਹਦੇ ਇਕੁਅਲ ਹੁੰਦੀ ਆ, ਡਿਸਟੈਂਸ ਓਵਰ ਟਾਈਮ। ਡਿਸਟੈਂਸ ਦੀ ਵੈਲਿਊ ਆ ਗਿਵਨ ਹੈ, ਠੀਕ ਹੈ ਜੀ। ਹੁਣ ਬੱਚੇ ਡਿਸਟੈਂਸ ਕਿੱਦਾਂ ਸੋਲਵ ਕਰੀਦਾ ਆ, ਧਿਆਨ ਨਾਲ ਦੇਖ ਲਓ। ਜਿਹੜੀ ਪਾਵਰ ਦੇ ਵਿੱਚ ਟਰਮ ਹੋਵੇ ਉਹ ਆ ਜਾਂਦੀ ਆ ਅੱਗੇ, ਮਤਲਬ ਕਿ ਆ ਗਈ 4at, ਇੱਕ ਪਾਵਰ ਘੱਟ ਗਈ ਤਾਂ ਬਣ ਗਈ ਟੀ ਕਿਊਬ। ਹੁਣ 3 ਅੱਗੇ ਆ ਗਿਆ, -3, ਇੱਕ ਪਾਵਰ ਘੱਟ ਗਈ ਤਾਂ ਟੀ ਸਕੁਅਰ। ਇਹਦੀ ਪਾਵਰ 1 ਸੀ, ਅੱਗੇ ਆ ਗਈ ਤਾਂ 1, ਟੀ ਦੀ ਪਾਵਰ ਹੁਣ 0 ਆ ਗਈ, ਟੀ ਦੀ ਪਾਵਰ 0 ਮੀਨਸ 1, ਤਾਂ ਇਕੱਲਾ ਸੀ ਰਹਿ ਗਿਆ। ਨੈਕਸਟ ਅਸੀਂ ਐਕਸਲਰੇਸ਼ਨ ਨਿਕਾਲਣੀ ਆ, ਤਾਂ ਇਹਦਾ ਡੈਰੀਵੇਟਿਵ ਲੈ ਲੈਣਾ, ਠੀਕ ਆ। ਹੁਣ ਕੀ ਹੋਏਗਾ, ਜਿਹੜਾ ਪਿੱਛੇ ਵਾਲੀ ਟਰਮ ਆ, ਪਾਵਰ ਦੀ ਟਰਮ ਆ, ਉਹ ਅੱਗੇ ਆ ਜਾਏਗੀ। 4 3 ਆ 12, ਤਾਂ ਇਹਦੀ ਪਾਵਰ 1 ਘੱਟ ਗਈ ਤਾਂ ਸਕੇਅਰ ਬਣ ਗਿਆ। 3 2 ਆ 6, ਟੀ ਦੀ ਪਾਵਰ 1 ਘੱਟ ਗਈ ਤਾਂ 1 ਰਹਿ ਗਈ। ਸੀ ਕੌਨਸਟੈਂਟ ਟਰਮ ਆ ਤਾਂ 0 ਬਣ ਜਾਏਗੀ, ਬਣ ਗਈ ਤੁਹਾਡੀ ਐਕਸਲਰੇਸ਼ਨ। ਫਾਰਮੂਲਾ ਕੀ ਸੀ, ਮਾਸ ਇਨਟੂ ਐਕਸਲਰੇਸ਼ਨ। ਸੋ ਮਾਸ ਇਨਟੂ ਐਕਸਲਰੇਸ਼ਨ ਮਤਲਬ ਦੋਨਾਂ ਨੂੰ ਅਸੀਂ ਮਲਟੀਪਲਾਈ ਕੀਤਾ ਤਾਂ ਸਾਡਾ ਫਾਈਨਲੀ ਆਨਸਰ ਆ ਗਿਆ। ਨੈਕਸਟ ਆ ਜਾਓ, ਅ ਲਾਈਟ ਸਟਰਿੰਗ passing over a smooth light pulley covering two blocks of mass m1 m2, calculate the ratio of the mass if the acceleration of the system is g over 8। ਹੁਣ ਬੱਚੇ ਇਹ ਕੁਐਸਚਨ ਵੀ ਹੌਟ ਕੁਐਸਚਨ ਆ। ਹੌਟ ਕੁਐਸਚਨ ਦਾ ਮਤਲਬ ਜਿਹਦਾ ਡਿਫਿਕਲਟੀ ਲੈਵਲ ਹਾਈ ਹੋਵੇ। ਸੋ ਪੰਜਾਬ ਬੋਰਡ ਦੇ ਵਿੱਚ ਇਹ ਕੁਐਸਚਨ ਵੀ ਜਿਹੜਾ ਆ ਨਹੀਂ ਆ ਸਕਦਾ। ਸੋ ਇੱਥੇ ਵੀ ਤੁਸੀਂ ਕ੍ਰੋਸ ਲਗਾ ਸਕਦੇ ਆ, ਪਰ ਮੈਂ ਸਮਝਾ ਦਿੰਨੀ ਆ, ਇੱਦਾਂ ਦੇ ਕੁਐਸਚਨ ਜਿਹੜੇ ਜਿਨ੍ਹਾਂ ਨੇ ਟਾਰਗੇਟ ਸੋਚਿਆ ਹੋਇਆ 90% ਲੈਣੇ ਆ, 100% ਲੈਣੇ ਆ, ਉਹ ਵਾਲੇ ਬੱਚੇ ਇਹ ਕੁਐਸਚਨ ਕਰ ਜਾਣ। ਜਿਹੜੇ ਬੱਚੇ ਐਵਰੇਜ ਸਟੂਡੈਂਟ ਆ, ਮੈਂ ਸੁਜੈਸਟ ਕਰਦੀ ਹਾਂ ਕੁਐਸਚਨ ਅਗਰ ਤੁਸੀਂ ਛੱਡ ਜਾਓਗੇ ਤਾਂ ਕਿਤੇ ਨਹੀਂ ਨੁਕਸਾਨ ਹੋਣ ਲੱਗਾ। ਆ ਜਾਓ, ਅ ਲਾਈਟ ਸਟਰਿੰਗ ਪਾਸਿੰਗ ਓਵਰ ਅ ਸਮੂਥ ਲਾਈਟ ਪੁਲੀ ਕਨੈਕਟਡ 2 ਬਲੌਕਸ ਆਫ ਮਾਸ m1 ਐਂਡ m2। ਇਹਦਾ ਮਤਲਬ ਇੱਥੇ ਸਾਨੂੰ ਪੁਲੀ ਜਿਹੜੀ ਆ ਗਿਵਨ ਹੋਏਗੀ, ਠੀਕ ਹੈ ਜੀ। ਪੁਲੀ ਜਿਹੜੀ ਗਿਵਨ ਆ ਉਹ ਨੈਕਸਟ ਪੇਜ ਦੇ ਉੱਪਰ ਹੈ, ਠੀਕ ਹੈ ਜੀ। ਆਹ ਡਾਇਗਰਾਮ ਤੁਹਾਨੂੰ ਗਿਵਨ ਹੈ। ਇਹਦਾ ਮਤਲਬ ਅਗਰ ਆਹ ਡਾਇਗਰਾਮ ਗਿਵਨ ਹੈ ਤਾਂ ਇਕੁਏਸ਼ਨਸ ਅਸੀਂ ਕਿਸ ਤਰੀਕੇ ਨਾਲ ਲਿਖ ਸਕਦੇ ਹਾਂ। ਜਿਹੜੀ ਸਾਡੀ ਫਸਟ ਇਕੁਏਸ਼ਨ ਆ, ਸੋ ਧਿਆਨ ਨਾਲ ਬੱਚੇ ਡਾਇਗਰਾਮ ਚੈੱਕ ਕਰ ਲੈਣਾ। ਇਕੁਏਸ਼ਨ ਆਪਾਂ ਗੱਲ ਕਰਨ ਲੱਗੀਆਂ m1 ਦੀ, m1 ਦੀ ਆ ਰਹੀ, ਠੀਕ ਹੈ। ਅਗਰ ਜੇ ਇਹਦਾ ਭਾਰ ਘੱਟ ਆ, ਇਹਦਾ ਮਤਲਬ ਆਹ ਟਰਮ ਐਕਸਲਰੇਸ਼ਨ ਉੱਪਰ ਨੂੰ ਜਾ ਰਹੀ ਹੈ, ਇਹਦਾ ਮਤਲਬ ਇਹ ਬਲੌਕ ਉੱਪਰ ਨੂੰ ਜਾ ਰਿਹਾ, ਤਾਂ ਉੱਪਰ ਵਾਲੀ ਟਰਮ ਚੋਂ ਨੀਚੇ ਵਾਲੀ ਟਰਮ ਮਾਈਨਸ ਕਰ ਦਿੱਤੀ। T1 is equals to T1 minus m1 g is equals to mass into acceleration, that is m1a। ਆ ਤੁਹਾਡੀ ਫਸਟ ਇਕੁਏਸ਼ਨ ਆ ਗਈ। ਹੁਣ ਆਹ ਟਰਮ ਨੀਚੇ ਜਾ ਰਹੀ, ਮਤਲਬ ਆਹ ਟਰਮ ਵੱਡੀ ਹੋਏਗੀ, ਸੋ ਇਹ ਚੋਂ ਉੱਪਰ ਵਾਲੀ ਟਰਮ ਮਾਈਨਸ ਕਰ ਦੇਣੀ, m2g ਮਾਈਨਸ t। ਕਲੀਅਰ ਹੋ ਗਿਆ। ਸੋ ਇੱਥੇ t ਲਿੱਤਾ ਤਾਂ t1 ਨਾ ਲਓ, t ਹੀ ਲਓ, ਦੈਟ ਇਜ਼ ਇਕੁਅਲਸ ਟੂ m2a। ਆ ਗਈ ਇਕੁਏਸ਼ਨ ਨੰਬਰ 2। ਬੱਚੇ ਕਲੀਅਰ ਹੋ ਗਿਆ ਕਿ ਫਸਟ ਇਕੁਏਸ਼ਨ 'ਚ ਅਸੀਂ ਜਿਹੜਾ ਆ ਇਹ 'ਚੋਂ ਆਹ ਟਰਮ ਕਿਉਂ ਮਾਈਨਸ ਕੀਤੀ, ਕਿਉਂਕਿ T1 ਵੱਡਾ ਸੀ, ਕਿਉਂਕਿ ਉੱਪਰ ਨੂੰ ਜਾ ਰਿਹਾ ਸੀ। ਜਿੱਧਰ ਨੂੰ ਬੱਚੇ ਫੋਰਸ ਲੱਗ ਰਹੀ ਹੋਵੇ ਉਹ ਵਾਲੀ ਟਰਮ ਵੱਡੀ ਹੁੰਦੀ ਆ, ਇੱਧਰੋਂ ਹੀ ਨੀਚੇ ਨੂੰ ਆ ਰਿਹਾ, ਇਹਦਾ ਮਤਲਬ ਆਹ ਟਰਮ ਵੱਡੀ ਹੋਏਗੀ, ਇਹ 'ਚੋਂ ਅਸੀਂ ਉੱਪਰ ਵਾਲੀ ਟਰਮ ਮਾਈਨਸ ਕਰਨੀ ਆ। ਕਲੀਅਰ ਹੋ ਗਿਆ। ਫਸਟ ਐਂਡ ਸੈਕੰਡ ਇਕੁਏਸ਼ਨ ਨੂੰ ਬੱਚੇ ਅਸੀਂ ਸੋਲਵ ਕੀਤਾ, ਇੱਥੋਂ ਐਕਸਲਰੇਸ਼ਨ ਨਿਕਲ ਗਈ ਸਾਡੀ ਇੰਨੀ। ਆਹ ਆਰਟੀਕਲ ਸੇਮ ਉੱਦਾਂ ਦਾ ਆ ਜਿੱਦਾਂ ਬੱਚੇ ਅਸੀਂ ਕਹਿ ਲਓ ਪੇਪਰ ਦੇ ਵਿੱਚ ਆਪਣੀ ਬੁੱਕ ਦੇ ਵਿੱਚ ਆਰਟੀਕਲ ਜਿਹੜਾ ਪੁਲੀ ਵਾਲਾ ਆਰਟੀਕਲ ਕੀਤਾ ਹੋਇਆ ਨਾ, ਜੇ ਤੁਸੀਂ ਉਹ ਚੰਗੀ ਤਰੀਕੇ ਨਾਲ ਸਮਝਿਆ ਤਾਂ ਆਹ ਵਾਲੀ ਕੈਲਕੂਲੇਸ਼ਨ ਈਜ਼ੀਲੀ ਹੋ ਜਾਏਗੀ। ਹੁਣ ਤੁਹਾਨੂੰ ਉਹਨਾਂ ਨੇ ਮਾਸੀ ਜਿਹੜਾ ਆ ਸਿਸਟਮ, ਇਫ ਦ ਐਕਸਲਰੇਸ਼ਨ ਆਫ ਦ ਸਿਸਟਮ ਇਜ਼ g/8, ਐਕਸਲਰੇਸ਼ਨ ਆ ਸਾਨੂੰ ਗਿਵਨ ਆ, ਅਸੀਂ ਪੁੱਟ ਕਰਤੀ। ਸੋ ਇਹਦੀ ਵੈਲਿਊ ਸਾਨੂੰ ਪਤਾ ਆ g/8 ਆ, ਤਾਂ ਅਸੀਂ ਇਹਦੀ ਜਗ੍ਹਾ 'ਤੇ g/8 ਜਿਹੜਾ ਪੁੱਟ ਕਰ ਦਿੱਤਾ। ਹੁਣ ਇੱਥੋਂ ਜੇ ਕੁਝ ਕੱਟ ਹੁੰਦਾ ਤਾਂ ਕੱਟ ਦਿਓ, ਜੀ ਦੇ ਨਾਲ ਜੀ ਜਿਹੜਾ ਕੈਂਸਲ। ਸੋ ਆਹ ਪੂਰੀ ਟਰਮ ਦਾ ਆਂਸਰ ਕਿੰਨਾ ਆ ਗਿਆ, 1/8। ਹੁਣ ਅਸੀਂ ਕੀ ਕੀਤਾ, ਇਸ ਸਾਰੀ ਟਰਮ ਨੂੰ ਅਸੀਂ 1 ਇਹਦੇ ਵਿੱਚੋਂ m2 ਜਿਹੜਾ ਕਾਮਨ ਨਿਕਾਲਤਾ। ਹੁਣ ਬੱਚੇ ਆਹ ਇਕੁਏਸ਼ਨ 'ਚੋਂ m2/m2 ਮਾਈਨਸ m1/m2 ਡਿਵਾਈਡਡ ਬਾਈ m1/m2 ਪਲੱਸ m2/m2। ਹੁਣ ਦੇਖੋ ਆਹ ਕੱਟਿਆ ਗਿਆ ਤਾਂ ਆ ਗਿਆ 1, ਇੱਥੇ ਆ ਗਿਆ m1/m2, ਇੱਥੇ m1/m2 ਐਸ ਸੱਚ ਆ ਗਿਆ, m1/m2 ਕੱਟਿਆ ਗਿਆ ਤਾਂ ਇੱਥੇ ਆ ਗਿਆ 1। ਕਲੀਅਰ ਹੋ ਗਿਆ ਸਟੈਪ।
ਚਲੋ ਹੁਣ ਆਪਾਂ ਕੀਤੀ ਕ੍ਰੋਸ ਮਲਟੀਪਲਾਈ, ਇਹਨੂੰ ਇਹਦੇ ਨਾਲ ਮਲਟੀਪਲਾਈ ਤੇ ਆਹ ਵਾਲੀ ਟਰਮ ਨੂੰ ਇਹਦੇ ਨਾਲ ਮਲਟੀਪਲਾਈ, ਠੀਕ ਹੈ ਜੀ। ਆਹ ਟਰਮ ਆ ਗਈ, ਇਹਨੂੰ ਇਹਦੇ ਨਾਲ ਮਲਟੀਪਲਾਈ, ਇਹਨੂੰ ਇਹਦੇ ਨਾਲ ਮਲਟੀਪਲਾਈ, ਤਾਂ ਆ ਗਿਆ। ਹੁਣ 1 ਉੱਧਰ ਲੈ ਗਏ ਤਾਂ ਮਾਈਨਸ ਦਾ ਹੋ ਜਾਏਗਾ, 8 ਚੋਂ 1 ਗਏ ਤਾਂ 7, ਬਾਕੀ ਟਰਮ ਜਿੱਦਾਂ ਬੱਚੇ ਆਹ ਵਾਲੀ ਸਾਰੀ ਟਰਮ ਉੱਧਰ ਲੈ ਕੇ ਜਾਵਾਂਗੇ ਤਾਂ ਪਲੱਸ ਦੀ ਹੋ ਜਾਏਗੀ। ਐਲਸੀਐਮ ਲਿੱਤਾ m2 ਦਾ, ਉੱਪਰ ਆ ਗਿਆ m1 ਪਲੱਸ 8m1 ਤਾਂ ਬਣ ਗਿਆ 9m1। ਸੋ ਆ ਸਾਰੇ ਨੂੰ ਸੋਲਵ ਕੀਤਾ, ਸਾਡਾ ਆ ਗਿਆ 7/9। ਸੋ ਆਪਸ਼ਨ ਨੰਬਰ C ਜਿਹੜੀ ਆ ਉਹ ਤੁਹਾਡੀ ਰਾਈਟ ਆਂਸਰ ਆ ਜਾਏਗੀ। ਨੈਕਸਟ ਆ ਜਾਓ, ਅ ਪਰਸਨ ਆਫ ਮਾਸ 60 kg ਇਜ਼ ਇਨਸਾਈਡ ਅ ਲਿਫਟ ਆਫ ਮਾਸ 940, ਮਤਲਬ ਇੱਕ ਬੱਚੇ ਪਰਸਨ ਆ, ਉਹਦਾ ਭਾਰ ਕਿੰਨਾ ਆ 60 kg। ਮੰਨ ਲਓ ਤੁਹਾਡਾ ਭਾਰ 60 kg ਆ ਤੇ ਜਿਹੜੀ ਲਿਫਟ ਵਿੱਚ ਤੁਸੀਂ ਖੜੇ ਆ ਉਹ 940 kg ਦੀ ਆ, ਤਾਂ ਟੋਟਲ ਮਾਸ ਕਿੰਨਾ ਹੋ ਜਾਏਗਾ 1000 kg, ਠੀਕ ਹੈ ਜੀ। ਜਿੱਦਾਂ ਹੀ ਅਸੀਂ ਬਟਨ ਪ੍ਰੈਸ ਕੀਤਾ ਅਪਵਰਡ ਡਾਇਰੈਕਸ਼ਨ ਦੇ ਵਿੱਚ ਐਕਸਲਰੇਸ਼ਨ 1.0 ਲੱਗ ਰਹੀ ਆ, ਤਾਂ ਕਹਿੰਦੇ ਟੈਂਸ਼ਨ ਪਤਾ ਕਰੋ, ਟੈਂਸ਼ਨ ਕਿੰਨੀ ਆ। ਹੁਣ ਧਿਆਨ ਦਿਓ ਬੱਚੇ, ਨੀਚੇ ਕੀ ਲੱਗ ਰਿਹਾ mg। ਹੁਣ ਤੁਹਾਨੂੰ ਕਿਹਾ ਐਕਸਲਰੇਸ਼ਨ ਜਿਹੜੀ ਅਪਵਰਡ ਜਾ ਰਹੀ ਆ, ਉੱਪਰ ਨੂੰ ਜਾ ਰਹੀ ਆ, ਅਗਰ ਉੱਪਰ ਨੂੰ ਜਾ ਰਹੀ ਤਾਂ ਉੱਪਰ ਵਾਲੀ ਟਰਮ ਦੇ ਵਿੱਚੋਂ ਨੀਚੇ ਵਾਲੀ ਟਰਮ ਮਾਈਨਸ ਕਰਾਂਗੇ ਤਾਂ t ਮਾਈਨਸ mg ਇਜ਼ ਇਕੁਅਲਸ ਟੂ ਮਾਸ ਇਨਟੂ ਐਕਸਲਰੇਸ਼ਨ। ਹੁਣ ਉਹਨਾਂ ਨੇ ਕਿਹਾ ਟੈਂਸ਼ਨ ਪਤਾ ਕਰੋ, ma ਪਲੱਸ mg। ਸੋ m ਕਾਮਨ ਨਿਕਾਲ ਦਿਓ, a ਪਲੱਸ g ਆ ਗਿਆ। ਸੋ ਸਿੰਪਲ ਇਹਦੀ ਵਿੱਚ ਵੈਲਿਊਜ਼ ਪੁੱਟ ਕਰੋ ਤੇ ਤੁਹਾਡਾ ਆਨਸਰ ਆ ਜਾਏਗਾ ma ਪਲੱਸ g ਆ ਗਿਆ। ਵੈਲਿਊਜ਼ ਪੁੱਟ ਕਰਦੇ ਜਾਓ ਤੇ ਤੁਹਾਡਾ ਫਾਈਨਲ ਆਨਸਰ ਆ ਜਾਏਗਾ। ਨੈਕਸਟ ਬੱਚੇ ਕੁਐਸਚਨ ਨੰਬਰ 46 ਆ, ਈਜ਼ੀ ਆ, ਖੁਦ ਟਰਾਈ ਕਰਕੇ ਦੇਖੋ। ਸੋ ਕੈਲਕੂਲੇਸ਼ਨ ਤੁਹਾਨੂੰ ਪ੍ਰੋਪਰ ਗਿਵਨ ਆ, ਸਪਰਿੰਗ ਵਾਲਾ ਹੀ ਫਾਰਮੂਲਾ ਆ, F ਇਕੁਅਲਸ ਟੂ ਮਾਈਨਸ kx, ਦੈਨ ਐਕਸਲਰੇਸ਼ਨ ਪਤਾ ਕਰਨੀ ਆ, ਤੁਸੀਂ ਕਰ ਸਕਦੇ ਆ। ਸੋ ਖੁਦ ਟਰਾਈ ਕਰਕੇ ਦੇਖੋ। ਨੈਕਸਟ ਆ ਜਾਓ 47 ਨੰਬਰ ਕੁਐਸਚਨ ਤੇ। ਸੋ ਬੱਚੇ ਇਹ ਵੀ ਜਿਹੜਾ ਕੁਐਸਚਨ ਆ 7 ਨੰਬਰ ਕੁਐਸਚਨ ਆ, ਤਾਂ ਇਹ ਜਿਹੜਾ ਤੁਸੀਂ ਛੱਡ ਕੇ ਜਾ ਸਕਦੇ ਆ, ਇਹ ਵੀ ਤੁਹਾਡੇ ਪੇਪਰ ਦੇ ਵਿੱਚ ਨਹੀਂ ਆਏਗਾ। ਸੋ ਇੱਕ ਵਾਰੀ ਸਮਝ ਕੇ ਦੇਖ ਲੈਣਾ। ਇਹ ਕੁਐਸਚਨ ਸੇਮ ਬੱਚੇ ਉੱਦਾਂ ਦਾ ਆ ਜਿੱਦਾਂ ਦਾ ਕੁਐਸਚਨ ਨੰਬਰ ਅਸੀਂ 40 ਨੰਬਰ ਕੁਐਸਚਨ ਕਰਕੇ ਹਟੇ ਆ। 38 ਨੰਬਰ 38 39 40 ਕੁਛ ਇੱਦਾਂ ਦੀ ਕੁਐਸਚਨਸ ਆ। ਸੋ ਠੀਕ ਹੈ। ਸੋ ਕੋਫੀਸ਼ੀਐਂਟ ਆਫ ਫ੍ਰਿਕਸ਼ਨ ਦੇ ਕੁਐਸਚਨ ਆ, ਕਾਈਨੈਟਿਕ ਫ੍ਰਿਕਸ਼ਨ, ਹੌਰੀਜ਼ੋਨਟਲ ਫ੍ਰਿਕਸ਼ਨ ਐਕਸੈਕਟਰਾ ਦੇ ਕੁਐਸਚਨਸ ਆ। ਸੋ ਇਹਨੂੰ ਕਰਕੇ ਦੇਖਣਾ। 49 ਨੰਬਰ ਕੁਐਸਚਨ ਬੱਚੇ ਸੇਮ ਉੱਦਾਂ ਦਾ ਆ ਜਿੱਦਾਂ ਦਾ ਸਾਈਨ ਕੋਸ ਥੀਟਾ ਆਪਾਂ ਹੁਣੇ ਪਿੱਛੇ ਕਰਕੇ ਹਟੇ ਆ। ਸੋ ਇਹਦੇ ਵਿੱਚ ਬੱਚੇ 48 ਨੰਬਰ ਕੁਐਸਚਨ ਜਿਹੜਾ ਆ ਉਹ ਪ੍ਰਿੰਟ ਵਿੱਚ ਨਹੀਂ ਹੈਗਾ, ਸੋ ਸਕਿਪ ਕੀਤਾ ਹੋਇਆ ਆ। ਸੋ ਇੱਥੇ ਕਮੈਂਟ 'ਚ ਨਾ ਕਨਫਿਊਜ਼ ਹੋਣਾ ਕਿ ਮੈਮ 48 ਨੰਬਰ ਕੁਐਸਚਨ ਕਰਵਾਇਆ ਨਹੀਂ, ਐਕਚੁਅਲੀ ਬੁੱਕ ਵਿੱਚ ਹੀ ਨਹੀਂ ਆ। ਸੋ 49 ਕੁਐਸਚਨ ਸੇਮ ਉੱਦਾਂ ਦਾ ਜਿੱਦਾਂ ਦਾ ਆਪਾਂ ਹੁਣੇ ਪਿੱਛੇ ਕਰਕੇ ਹਟੇ ਆ। ਸੋ 50th ਕੁਐਸਚਨ ਵੀ ਬੱਚੇ ਬਲੌਕ ਵਾਲਾ ਕੁਐਸਚਨ ਆ, ਸੇਮ ਫਾਰਮੂਲਾ ਅਗੇਨ ਉਹੀ ਲੱਗਿਆ ਹੋਇਆ ਆਹ ਵਾਲਾ ਟਰਮ, ਠੀਕ ਹੈ। ਸੋ ਟਰਾਈ ਕਰਨਾ, ਖੁਦ ਕਰਕੇ ਦੇਖਣਾ। ਇਹਦੇ ਵਿੱਚ ਵੀ ਐਂਗਲ 15 ਡਿਗਰੀ ਹੀ ਮੈਂਸ਼ਨ ਕੀਤਾ ਹੋਇਆ। ਸੋ ਕੈਲਕੂਲੇਸ਼ਨ ਹੁਣ ਤੁਹਾਡੇ ਹੱਥ ਵਿੱਚ ਆ, ਖੁਦ ਟਰਾਈ ਕਰਕੇ ਦੇਖ ਲੈਣਾ। ਅਦਰਵਾਈਜ਼ ਬੱਚੇ ਇਹ ਲਾਸਟ ਵਾਲੇ ਜਿਹੜੇ ਕੁਐਸਚਨਸ ਆ ਜਿਹੜੇ ਆਪਣੇ ਸਟਾਰਟ ਹੋਏ ਆ 38 ਤੋਂ ਲੈ ਕੇ ਬੱਚੇ 36 ਤੋਂ, ਐਕਚੁਅਲੀ 36 ਤੋਂ ਲੈ ਕੇ ਪਿੱਛੇ ਵਾਲੇ ਮੈਨੂੰ ਨਹੀਂ ਲੱਗਦਾ ਕੋਈ ਪੰਜਾਬ ਬੋਰਡ ਦੇ ਲੈਵਲ 'ਚ ਇਹ ਕੁਐਸਚਨਸ ਆਉਣਗੇ, ਬਟ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਜਾਣਾ। ਅਦਰਵਾਈਜ਼ ਤੁਸੀਂ ਆਹ ਵਾਲਾ ਲੈਕਚਰ ਜਿਹੜਾ ਇਸ ਵੀਡੀਓ ਵਾਲਾ ਲੈਕਚਰ ਆ, ਇਹ MCQs ਅਗਰ ਤੁਸੀਂ ਛੱਡ ਕੇ ਵੀ ਜਾਓਗੇ ਤਾਂ ਚੱਲ ਜਾਏਗਾ। ਜਿਹੜੇ ਵੀਕ ਸਟੂਡੈਂਟ ਆ ਉਹ ਆਹ ਲੈਕਚਰ ਛੱਡ ਸਕਦੇ ਆ, ਜਿਹੜੇ ਇੰਟੈਲੀਜੈਂਟ ਬੱਚੇ ਆ ਉਹ ਬਿਲਕੁਲ ਨਾ ਛੱਡ ਕੇ ਜਾਓ, ਕਿਉਂਕਿ ਬੱਚੇ ਪੰਜਾਬ ਬੋਰਡ ਨੂੰ ਬਿਲਕੁਲ ਨਹੀਂ ਪਤਾ ਰਿੰਪਲ ਮੈਡਮ ਇਸ ਟਾਈਮ ਕਿਹੜੀ ਤਿਆਰੀ ਕਰਾ ਰਹੀ ਆ, ਤੁਹਾਡੇ ਸਕੂਲ ਟੀਚਰਸ ਤੁਹਾਡੀ ਕਿਹੜੀ ਤਿਆਰੀ ਕਰਵਾ ਰਹੇ ਆ। ਸੋ ਹਰ ਤਰ੍ਹਾਂ ਦੇ MCQs ਕਰਕੇ ਜਾਓ, ਜੋ ਵੀ ਤੁਹਾਨੂੰ ਹੈਲਪਿੰਗ ਬੁੱਕ ਦੇ ਵਿੱਚ ਮਿਲਦੇ ਆ। ਮਾੜੇ ਟਾਈਮ ਦਾ ਕੁਛ ਪਤਾ ਨਹੀਂ, ਇਹਦੇ ਵਿੱਚੋਂ ਕੁਛ ਆ ਵੀ ਸਕਦਾ ਆ। ਸੋ 20% ਚਾਂਸ ਆ ਬੱਚੇ ਆ ਵੀ ਸਕਦਾ, ਪਰ 80% ਚਾਂਸ ਆ ਕਿ ਇੰਨੇ ਹਾਈ ਲੈਵਲ ਦੇ ਕੁਐਸਚਨਸ ਨਹੀਂ ਆਉਣਗੇ, ਠੀਕ ਹੈ, ਕਿਉਂਕਿ ਤੁਹਾਡੇ ਸਿਲੇਬਸ ਨਾਲੋਂ ਥੋੜ੍ਹੇ ਜਿਹੇ ਹਟ ਕੇ ਆ ਇਹ ਕੁਐਸਚਨਸ, ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਹੀ ਨਹੀਂ ਆ। ਸੋ ਆਹ ਵਾਲੇ ਜਿਹੜੇ ਫਾਰਮੂਲੇ ਆ ਤੁਸੀਂ ਇਹ ਵਾਲੇ ਕੁਐਸਚਨਸ ਛੱਡ ਕੇ ਜਾ ਸਕਦੇ ਆ। ਸੋ ਵੀਡੀਓ ਨੂੰ ਪਲੀਜ਼ ਬੱਚੇ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ। ਸੋ ਕੱਲ੍ਹ ਤੋਂ ਬੱਚੇ ਅਸੀਂ ਸਟਾਰਟ ਕਰਾਂਗੇ ਚੈਪਟਰ ਨੰਬਰ 4 ਵਰਕ ਐਨਰਜੀ ਐਂਡ ਪਾਵਰ। ਸੋ ਮਿਲਦੇ ਹਾਂ ਬੱਚੇ ਨੈਕਸਟ ਵੀਡੀਓ ਦੇ ਨਾਲ। ਥੈਂਕ ਯੂ ਸੋ ਮਚ।